ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੱਕ ਜਪਜੀ ਸਾਹਿਬ ਦੀਆਂ 24 ਪੌੜੀਆਂ ਦੀ ਕਥਾ ਪੂਰੀ ਹੋ ਗਈ ਸੀ। ਅੱਜ 25ਵੀਂ ਪੌੜੀ, ਕਈ ਇਲਾਕੇ ਕਹਿੰਦੇ 25ਵੀਂ, ਕਈ ਕਹਿੰਦੇ 25ਵੀਂ, ਗੱਲ ਇੱਕੋ ਹੀ ਹੈ। 25ਵੀਂ ਪੌੜੀ ਦੀ ਕਥਾ ਸ਼ੁਰੂ ਹੋ ਰਹੀ ਹੈ, ਜਿਹਦੀ ਪਹਿਲੀ ਪੰਕਤੀ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਧਮਾਏ। ਕਰਮ ਮੰਮੇ ਨੂੰ ਔਂਕੜ ਲਾ ਕੇ ਨੂੰ ਪੁਲਿੰਗ ਬਣਾਇਆ ਹੋਇਆ। ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਦੇ ਵਿੱਚ ਦੇ ਅਰਥ ਨੇ ਫਜ਼ਲ, ਫਫਾ ਜ਼ਜ਼ਾ ਲੱਲਾ, ਫਜ਼ਲ। ਇਸ ਕਰਕੇ ਔਂਕੜ ਲੱਗਾ ਹੋਇਆ। ਜਦ ਆਪਾਂ ਹਿੰਦੀ ਪੰਜਾਬੀ ਅਰਥ ਕਰਦੇ ਹਾਂ ਬਹੁਤਾ ਕਰਮ, ਵੀ ਉਹਦੀ ਬਖਸ਼ਿਸ਼ ਬਹੁਤ ਵੱਡੀ ਹੈ, ਉਹਦਾ ਫਜ਼ਲ ਬਹੁਤ ਵੱਡਾ ਹੈ, ਲਿਖਿਆ ਨਾ ਜਾਏ। ਉਹ ਸ਼ਬਦਾਂ 'ਚ ਲਿਖਿਆ ਨਹੀਂ ਜਾ ਸਕਦਾ। ਭਾਵ ਉਹਦੀ ਇੰਨੀ ਬਖਸ਼ਿਸ਼ ਹੈ ਕਿ ਉਹਨੂੰ ਸ਼ਬਦਾਂ 'ਚ ਵਰਣਨ ਨਹੀਂ ਕੀਤਾ ਜਾ ਸਕਦਾ। ਵੱਡਾ ਦਾਤਾ, ਉਹ ਬਹੁਤ ਵੱਡਾ ਦਾਤਾ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ। ਤਿਲ ਨਾ ਧਮਾਏ। ਤਿਲ ਆਪ ਜੀ ਨੇ ਕਿ ਰਿਉੜੀ ਦੇ ਲੱਗੇ ਹੋਏ ਦੇਖੇ ਹੋਣੇ। ਤਿਲ ਰਤੀ ਮਾਤਰ। ਧਮਾਏ, ਤਮਾ ਜਿਹੜਾ ਹੈ ਫਾਰਸੀ ਦਾ ਸ਼ਬਦ ਹੈ, ਤੱਤਾ ਮੰਮਾ ਹਾ ਤਮਾ, ਉਸ ਤੋਂ ਬਣੇ ਧਮਾਏ। ਪਰਮਾਤਮਾ ਵੱਡਾ ਦਾਤਾ ਹੈ। ਉਹਨੂੰ ਰਤੀ ਪਾਰ ਵੀ ਕੋਈ ਤਮਾ ਨਹੀਂ ਹੈ, ਕੋਈ ਲਾਲਚ ਨਹੀਂ ਹੈ। ਉਹਨੂੰ ਕੋਈ ਲਾਲਚ ਨਹੀਂ ਹੈ ਕਿ ਜਿਹੜੇ ਮੈਂ ਦਾਤਾਂ ਦੇ ਰਿਹਾ ਹਾਂ ਇਹਦੇ ਬਦਲੇ ਲੋਕ ਮੈਨੂੰ ਕੁਛ ਦੇਣ। ਉਹਨੂੰ ਕੋਈ ਲਾਲਚ ਨਹੀਂ। ਤਿਲ, ਤਿਲ ਮਾਤਰ, ਧਮਾਏ ਲਾਲਚ। ਉਹਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ, ਲਾਲਚ ਨਹੀਂ। ਕੇਤੇ ਮੰਗੈ ਜੋਧ ਅਪਾਰ। ਵੱਡੇ ਵੱਡੇ ਸੂਰਬੀਰ ਲੋਕ, ਵੱਡੇ ਵੱਡੇ ਯੋਧੇ ਉਸ ਤੋਂ ਦਾਤਾ ਮੰਗਦੇ ਨੇ। ਕਿੰਨੇ ਹੀ ਕੇਤੇ, ਕਿਤਨੇ ਹੀ ਵੱਡੇ ਵੱਡੇ ਯੋਧੇ ਉਸ ਤੋਂ ਦਾਤਾ ਮੰਗਦੇ ਨੇ। ਕੇਤਿਆਂ ਗਣਤ ਨਹੀਂ ਵਿਚਾਰ। ਉਹਨਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਜਿਹੜੇ ਦਾਤਾ ਮੰਗ ਰਹੇ ਨੇ। ਗਣਤ, ਗਿਣਤੀ, ਉਹਨਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਕੇਤੇ ਖਬ ਟੁਟਹਿ ਬੇਕਾਰ। ਕੇਤੇ ਹੈ ਨਾ, ਇਸ ਲਈ ਆ ਗਿਆ ਸੀ ਕੇਤੇ ਮੰਗੈ। ਜਿੰਦਾ ਕੇਤਾ ਫਿਰ ਇੱਕ ਵਚਨ ਸੀ, ਫਿਰ ਪੜ੍ਹਨਾ, ਫਿਰ ਨੂੰ ਬੋਲਦੇ ਸੀ ਮੰਗੈ। ਹੁਣ ਕੇਤੇ ਬਹੁਵਚਨ ਹੈ, ਇਸ ਨੂੰ ਪੜ੍ਹਨਾ ਮੰਗੈ, ਮੰਗਦੇ ਹਨ। ਇਸ ਲਈ ਕੇਤੇ ਖਬ ਟੁਟਹਿ ਬੇਕਾਰ। ਕੇਤੇ ਬਹੁਵਚਨ ਹੋਣ ਕਰਕੇ ਟੁਟਹਿ ਨਹੀਂ ਬੋਲਣਾ, ਟੁਟਹਿ, ਟੁੱਟਦੇ ਹਨ, ਮਰਦੇ ਹਨ। ਕਿੰਨੇ ਹੀ ਵਿਕਾਰਾਂ ਵਿੱਚ ਫਸ ਕੇ, ਵਿਸ਼ੇ ਵਿਕਾਰਾਂ ਵਿੱਚ ਫਸ ਕੇ, ਬੁਰਾਈਆਂ ਦੇ ਵਿੱਚ ਫਸ ਕੇ ਖਪਦੇ ਰਹਿੰਦੇ ਨੇ ਅਤੇ ਖਪ ਕੇ ਮਰ ਜਾਂਦੇ ਹਨ। ਭਾਵ ਵਿਸ਼ੇ ਵਿਕਾਰਾਂ 'ਚ ਬਾਹਰ ਨਹੀਂ ਨਿਕਲਦੇ। ਕਿੰਨੇ ਲੋਕ ਦੇਖੋ ਨਸ਼ੇ ਕਰਦੇ ਨੇ, ਫਿਰ ਕਹਿੰਦੇ ਜੀ ਓਵਰਡੋਜ਼ ਲਈ ਭਰ ਗਿਆ ਹੈ ਜੀ, ਬਈ ਵੱਧ ਨਸ਼ਾ ਖਾਧਾ ਗਿਆ। ਕਈ ਜੀ ਨਸ਼ੇ ਕਾਰਨ ਆਤਮ ਹੱਤਿਆ ਕਰ ਲਈ, ਉਹਦੇ 'ਚੋਂ ਨਿਕਲ ਹੀ ਨਹੀਂ ਸਕਦੇ। ਇਸ ਲਈ ਵਿਸ਼ੇ ਵਿਕਾਰਾਂ 'ਚ ਫਸੇ ਹੋਏ ਲੋਕ ਕਿੰਨੇ ਹੀ ਨੇ ਤੇ ਉਹ ਖਪ ਕੇ ਨਾਸ ਹੋ ਜਾਂਦੇ ਹਨ। ਕੇਤੇ ਲੈ ਲੈ ਮੁਕਰ ਪਾਹੇ। ਪਾਹੇ ਇੱਕ ਵਚਨ ਹੁੰਦਾ, ਪਾਹੇ ਬਹੁਵਚਨ ਹੁੰਦਾ। ਕਿੰਨੇ ਹੀ ਹਨ ਜੀਵ ਜਿਹੜੇ ਰੱਬ ਤੋਂ ਦਾਤਾ ਲੈ ਕੇ ਮੁੱਕਰ ਜਾਂਦੇ ਨੇ।
ਦਾਤਾਂ ਲੈ ਲਈਆਂ, ਫਿਰ ਭੁੱਲ ਭੁਲਾ ਗਏ, ਫਿਰ ਹੋਰ ਮੰਗੀ, ਉਹ ਮਿਲੀ ਨਹੀਂ, ਫਿਰ ਪਰਮਾਤਮਾ ਨਾਰਾਜ਼ ਹੋਏ ਦਿਨ ਵੀ ਇਹ ਸਾਨੂੰ ਕੋਈ ਨਹੀਂ ਦਿੰਦਾ ਜੀ। ਜੋ ਪਹਿਲਾਂ ਮਿਲੀਆਂ ਉਹਦੇ ਕੋਈ ਧੰਨਵਾਦ ਨਹੀਂ। ਅਸੀਂ ਕਿੰਨੇ ਹੀ ਲੋਕ ਹਨ ਜਿਹੜੇ ਦਾਤਾਂ ਲੈ ਲੈ ਕੇ ਮੁੱਕਰ ਜਾਂਦੇ ਹਨ। ਕਿਤੇ ਮੂਰਖ ਖਾਹੀ ਖਾਹੀ, ਕਿੰਨੇ ਹੀ ਮੂਰਖ ਨੇ ਜਿਹੜੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਖਾਣ ਵਾਲੇ ਹਨ, ਖਾਹੀ ਅਤੇ ਖਾ ਰਹੇ ਹਨ। ਹੁਣ ਸਵਾਲ ਪੈਂਦਾ ਵੀ ਦਾਤਾਂ ਨੂੰ ਜਿਹੜੇ ਖਾ ਰਹੇ ਨੇ ਉਹਨਾਂ ਨੂੰ ਮੂਰਖ ਕਿਉਂ ਕਿਹਾ? ਸਾਰੇ ਪਰਮਾਤਮਾ ਦੀ ਦਾਤ ਹੀ ਖਾ ਰਹੇ ਨੇ। ਮੂਰਖ ਇਸ ਲਈ ਕਿਹਾ ਕਿ ਉਹ ਪਰਮਾਤਮਾ ਦਾ ਧੰਨਵਾਦ ਨਹੀਂ ਕਰਦੇ। ਮੰਨ ਲਓ ਮੈਨੂੰ ਕੋਈ ਚੀਜ਼ ਦਿੰਦਾ, ਮੈਂ ਅੱਗੋਂ ਉਹਦਾ ਧੰਨਵਾਦ ਹੀ ਨਹੀਂ ਕਰਦਾ। ਅੰਗਰੇਜ਼ਾਂ ਫੋਰਨ ਕੰਟਰੀ ਵਾਲਾਂ 'ਚ ਮੈਂ ਇੱਕ ਸਿਫਤ ਵੇਖੀ ਹੈ, ਤੁਸੀਂ ਰਤੀ ਵੀ ਉਹਨਾਂ ਦਾ ਥੋੜ੍ਹੀ ਜਿਹੀ ਵੀ ਸਹਾਇਤਾ ਕਰੋ ਕਿਸੇ ਵੀ ਤਰੀਕੇ ਨਾਲ, ਉਹ ਕਹਿਣਗੇ ਥੈਂਕ ਯੂ, ਵੀ ਤੁਹਾਡਾ ਬਹੁਤ ਧੰਨਵਾਦ ਹੈ ਜੀ। ਉਹਨਾਂ ਤੋਂ ਰਤੀ ਭਰ ਵੀ ਗਲਤੀ ਹੋ ਜੇ ਕਹਿਣਗੇ ਸੌਰੀ, ਵੀ ਸਾਨੂੰ ਅਫਸੋਸ ਹੈ ਜੀ। ਅਤੇ ਕਿੰਨੇ ਹੀ ਮੂਰਖ ਨੇ ਦਾਤਾਂ ਖਾ ਰਹੇ ਨੇ, ਪਰਮਾਤਮਾ ਦਾ ਕੋਈ ਧੰਨਵਾਦ ਹੀ ਨਹੀਂ ਕਰ ਲਏ, ਇਸ ਲਈ ਉਹਨੇ ਮੂਰਖ ਕਿਹਾ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਸਦ ਮੈਨੇ ਸਦਾ ਹਮੇਸ਼ਾ। ਕਿੰਨੇ ਹੀ ਜੀਵ ਨੇ ਜਿਨ੍ਹਾਂ ਨੂੰ ਸਦਾ ਹੀ ਦੁੱਖ ਅਤੇ ਭੁੱਖ ਦੀ ਮਾਰ ਪੈਂਦੀ ਹੈ। ਭਾਵ ਉਹ ਦੁਖੀ ਹੀ ਰਹਿੰਦੇ ਨੇ, ਭੁੱਖੇ ਹੀ ਰਹਿੰਦੇ ਨੇ, ਉਹ ਕਦੇ ਸੁਖੀ ਹੁੰਦੇ ਹੀ ਨਹੀਂ, ਉਹ ਕਦੇ ਰੱਜ ਕੇ ਖਾਂਦੇ ਹੀ ਨਹੀਂ। ਉਹ ਦੁੱਖ ਭੁੱਖ ਦੀ ਸਦਾ ਹੀ ਉਹਨਾਂ ਨੂੰ ਮਾਰ ਹੈ। ਕਿਉਂ ਹੈ? ਸਵਾਲ ਪੈਦਾ ਵੀ ਕਿਉਂ ਹੈ? ਧਰਮ ਇਹ ਕਹਿੰਦਾ ਹੈ ਕਿ ਉਹਨਾਂ ਦੇ ਪਿਛਲੇ ਜਨਮ 'ਚ ਮਾੜੇ ਕੰਮ ਕੀਤੇ ਸੀ, ਮਾੜੇ ਕੰਮਾਂ ਦਾ ਨਤੀਜਾ ਦੁੱਖ ਹੈ। ਬਜਾਏ ਕਿਸੇ ਲੋੜਵੰਦ ਨੂੰ ਰੋਟੀ ਦੇਣ ਦੇ, ਸਗੋਂ ਉਸ ਤੋਂ ਖੋਹ ਲੈਣਾ। ਇਸ ਲਈ ਇਹੋ ਜਿਹੇ ਲੋਕਾਂ ਨੂੰ ਹਮੇਸ਼ਾ ਹੀ ਦੁੱਖ ਭੁੱਖ ਦੀ ਮਾਰ ਪੈਂਦੀ ਰਹਿੰਦੀ ਹੈ। ਇਹ ਪੇ ਦਾਤ ਤੇਰੀ ਦਾਤਾਰ, ਇਹ ਪੇ ਵੀ ਇਹ ਵੀ ਅਰਥ ਤਾਂ ਭੀ ਹੀ ਹੈ, ਪਰ ਭੱਬੇ ਨੂੰ ਸਹਿਰੀ ਹੁਣ ਕਿ ਬੋਲਣਾ ਭੇ, ਭੇ ਵੀ ਨਹੀਂ ਬੋਲਣਾ, ਲਾਂ ਨਾਲ ਵੀ ਨਹੀਂ ਬੋਲਣਾ, ਸਿਹਾਰੀ ਦੀ ਆਵਾਜ਼ ਕੱਢਣੀ ਹੈ। ਭੱਬੇ ਨੂੰ ਸਿਹਾਰੀ ਹੈ, ਸਿਹਾਰੀ ਦੀ ਆਵਾਜ਼ ਕੱਢਣੀ। ਜਿਵੇਂ ਈੜੀ ਨੂੰ ਸਿਹਾਰੀ ਹਾ ਹਾ ਏ, ਇਸੇ ਭੱਬੇ ਨੂੰ ਸਿਹਾਰੀ ਪੇ, ਏ ਪੇ ਦਾਤ ਤੇਰੀ ਦਾਤਾਰ, ਹੇ ਦਾਤਾ ਇਹ ਵੀ ਤੇਰੀ ਦਾਤ ਹੈ ਭੁੱਖ ਦੁੱਖ ਦੀ। ਆਪਾਂ ਨੂੰ ਬੜਾ ਅਜੀਬ ਲੱਗੇਗਾ ਵੀ ਸਦਾ ਦੁਖੀ ਰਹਿਣਾ, ਸਦਾ ਭੁੱਖੇ ਰਹਿਣਾ, ਵੀ ਇਹ ਦਾਤੇ ਦੀ ਦਾਤ ਹੈ? ਕੀ ਇਹ ਦੁੱਖ ਅਤੇ ਭੁੱਖ ਦਾਤੇ ਦੀ ਦਾਤ ਹੈ? ਜਦੋਂ ਮਨੁੱਖ ਬ੍ਰਹਮ ਗਿਆਨੀ ਹੋ ਜਾਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਦੁੱਖ ਭੁੱਖ ਵੀ ਉਹਦੀ ਦਾਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠ, ਕਿੰਨਾ ਦੁੱਖ ਹੈ, ਪਰ ਉਹਨੇ ਕੋਈ ਗਿਲਾ ਨਹੀਂ ਕੀਤਾ, ਉਹਦੀ ਦਾਤ ਸਮਝ ਕੇ ਬੈਠੇ। ਇਹ ਬ੍ਰਹਮ ਗਿਆਨ ਦੀ ਅਵਸਥਾ 'ਤੇ ਜਾ ਕੇ ਇਹ ਗੱਲਾਂ ਸਮਝ ਆਉਂਦੀਆਂ। ਉਂਝ ਆਪਾਂ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਦੁੱਖ ਅਤੇ ਭੁੱਖ ਦੀ ਸਦਾ ਹੀ ਮਾਰ ਹੈ, ਇਹ ਉਹਨਾਂ ਲਈ ਦਾਤ ਕਿਵੇਂ ਹੋ ਗਈ? ਪਰ ਕਹਿੰਦੇ ਹੇ ਦਾਤਾ ਇਹ ਵੀ ਤੇਰੀ ਦਾਤ ਹੈ। ਤਾਂ ਹੀ ਬ੍ਰਹਮ ਗਿਆਨੀ ਕਹਿੰਦਾ ਜੇ ਦੁੱਖ ਦੇਹ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਹੇ ਪਰਮਾਤਮਾ ਜੇ ਤੂੰ ਦੁੱਖ ਦੇਵੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ, ਸੁਖ ਦੇਵੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ। ਉੱਤੇ ਕੋਈ ਗਿਲਾ ਨਹੀਂ ਕਿ ਤੂੰ ਮੈਨੂੰ ਦੁੱਖ ਦੇਣਾ, ਮੈਂ ਨਹੀਂ ਤੇਰਾ ਨਾਮ ਜਪਦਾ, ਮੈਂ ਨਹੀਂ ਤੇਰਾ ਨਾਮ ਜਪਦਾ, ਤੂੰ ਮੈਨੂੰ ਦੁੱਖ ਦੇਣਾ। ਸੁਖੀ ਤਾਂ ਵੈਸੇ ਹੀ ਨਹੀਂ ਨਾਮ ਜਪਦਾ। ਹੁਣ ਜਿਹੜਾ ਬੰਦਾ ਬਿਮਾਰ ਹੈ ਉਹੀ ਦਵਾਈ ਲਏਗਾ ਨਾ, ਜਿਹੜਾ ਤੰਦਰੁਸਤ ਹੈ ਉਹ ਕਿਉਂ ਦਵਾਈ ਲਏਗਾ ਜੀ?
ਬਹੁਤੇ ਲੋਕ ਭਜਨ ਬੰਦਗੀ ਕਰਨ ਉਹ ਲੱਗੇ ਜਿਹੜੇ ਦੁਖੀ ਸਨ। ਸੁਖੀ ਕਹਿੰਦਾ ਅਸੀਂ ਕੀ ਕਰਨਾ, ਅਸੀਂ ਭਜਨ ਬੰਦਗੀ ਕਰਨੀ ਨਹੀਂ। ਗੁਰਬਾਣੀ ਕਹਿੰਦੀ ਜੇ ਤੁਸੀਂ ਸੁਖੀ ਹੋ ਨਾ, ਤੁਸੀਂ ਆਪਣੇ ਯਤਨਾਂ ਕਰਕੇ ਸੁਖੀ ਨਹੀਂ ਹੋ। ਇਹ ਸੁੱਖ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ, ਇਸ ਲਈ ਜਿਹਨੇ ਸੁੱਖ ਦਿੱਤਾ ਉਹਦੇ ਸ਼ੁਕਰਗੁਜ਼ਾਰ ਹੋਵੋ, ਉਹਦਾ ਨਾਮ ਜਪੋ। ਸੋ ਜਿਨ੍ਹਾਂ ਨੂੰ ਕਿ ਬੇਅੰਤ ਲੋਕਾਂ ਨੂੰ ਹਮੇਸ਼ਾ ਦੁੱਖ ਭੁੱਖ ਦੀ ਮਾਰ ਪੈਂਦੀ ਰਹਿੰਦੀ ਹੈ, ਪਰ ਹੇ ਦਾਤਾ ਇਹ ਵੀ ਤੇਰੀ ਦਾਤ ਹੈ। ਬੰਦ ਖਲਾਸੀ ਭਾਣੇ ਹੋਏ। ਬੰਦ ਦਦਨ ਸਾਰੀ ਬੰਦੀ ਕੈਦ, ਖਲਾਸੀ ਮੁਕਤੀ ਹੋਣਾ। ਕਾਹਦੀ ਕੈਦ ਹੈ? ਇਹ ਦੁੱਖ ਭੁੱਖ ਦੀ। ਕਦੇ ਬੰਦਾ ਦੁਖੀ ਹੈ, ਕਦੇ ਸੁਖੀ ਹੈ, ਕਦੇ ਦੁਖੀ ਹੈ, ਕਦੇ ਸੁਖੀ ਹੈ। ਇਹਦੇ ਵਿੱਚ ਬੰਦ ਖਲਾਸੀ ਕਿਵੇਂ ਹੋਏਗੀ? ਭਾਣੇ ਹੋਏ। ਉਹ ਪਰਮਾਤਮਾ ਦੇ ਭਾਣੇ ਅਨੁਸਾਰ ਹੋਏਗੀ, ਉਹਦੀ ਮਰਜ਼ੀ ਅਨੁਸਾਰ ਹੋਏਗੀ। ਪਰਮਾਤਮਾ ਦੀ ਮਰਜ਼ੀ ਹੋਏਗੀ ਤੇ ਇਹ ਬੰਦ ਖਲਾਸੀ ਬੰਦੇ ਦੀ ਹੋ ਜਾਂਦੀ ਹੈ। ਆਪਣੀ ਮਰਜ਼ੀ ਨਾਲ ਕੋਈ ਆਪਣੀ ਬੰਦ ਖਲਾਸੀ ਨਹੀਂ ਕਰ ਸਕਦਾ। ਜੇ ਅਸੀਂ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੇ ਹੁੰਦੇ ਤਾਂ ਸਾਡੇ ਵਿੱਚ ਇੱਕ ਵੀ ਸੰਸਾਰ 'ਚ ਬੰਦਾ ਦੁਖੀ ਨਾ ਹੁੰਦਾ, ਫਿਰ ਤੇ ਇੱਕ ਵੀ ਦੁਖੀ ਨਾ ਹੁੰਦਾ। ਅਸੀਂ ਬੜੇ ਪਾਪੜ ਵੇਲਦੇ ਹਾਂ ਸੁਖੀ ਹੋਣ ਲਈ, ਫਿਰ ਵੀ ਸਾਡੀ ਜ਼ਿੰਦਗੀ ਦੁੱਖ ਰਹਿੰਦੇ ਨੇ। ਇਹ ਤੇ ਉਹਦੇ ਹੁਕਮ ਨਾਲ ਆਏ ਹੋਏ ਨੇ। ਹਾਂ, ਉਹਦਾ ਭਾਣਾ ਹੋ ਜੇ, ਉਹਦੀ ਮਰਜ਼ੀ ਹੋ ਜੇ, ਫਿਰ ਇਸ ਦੁੱਖ ਭੁੱਖ ਤੋਂ ਸਾਡੀ ਬੰਦ ਖਲਾਸੀ ਹੋ ਸਕਦੀ ਹੈ। ਹੋਰ ਆਖ ਨਾ ਸਕੈ ਕੋਈ, ਹੋਰ ਕੋਈ ਵੀ ਢੰਗ ਤਰੀਕਾ ਨਹੀਂ ਕਹਿ ਸਕਦਾ ਵੀ ਬੰਦ ਖਲਾਸੀ ਇਸ ਤਰੀਕੇ ਨਾਲ ਵੀ ਹੋ ਜਾਏਗੀ। ਇਹ ਬੰਦ ਖਲਾਸੀ ਤੇ ਪਰਮਾਤਮਾ ਦੇ ਭਾਣੇ ਨਾਲ ਹੋਣੀ, ਉਹਦੀ ਮਰਜ਼ੀ ਨਾਲ ਹੋਣੀ ਹੈ। ਹੋਰ ਕੋਈ ਢੰਗ ਤਰੀਕਾ ਕੋਈ ਕਹਿ ਹੀ ਨਹੀਂ ਸਕਦਾ। ਜੇ ਕੋ ਖਾਇਕ, ਖਾਇਕ ਫਾਰਸੀ ਦਾ ਸ਼ਬਦ ਹੈ ਮੂਰਖ। ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਖਾਇਕ, ਖਾਇਕ ਨਹੀਂ, ਖਾਇਕ। ਕਿਉਂਕਿ ਜਿਹੜੀ ਪੰਜਾਬੀ 'ਚ ਸੱਸਾ, ਸੱਸੇ ਦੇ ਪੈਰ 'ਚ ਬਿੰਦੀ, ਖੱਖੇ ਦੇ ਪੈਰ 'ਚ ਬਿੰਦੀ, ਗੱਗੇ ਦੇ ਪੈਰ 'ਚ ਬਿੰਦੀ, ਜੱਜੇ ਦੇ ਪੈਰ 'ਚ ਬਿੰਦੀ, ਫੱਫੇ ਦੇ ਪੈਰ 'ਚ ਬਿੰਦੀ ਉਦੋਂ ਆਈ ਜਦੋਂ ਉਰਦੂ ਅਤੇ ਫਾਰਸੀ ਆਮ ਪ੍ਰਚਲਿਤ ਹੋ ਗਈ। ਫਿਰ ਫਾਰਸੀ ਦੇ ਸ਼ਬਦਾਂ ਨੂੰ ਪੰਜਾਬੀ ਜਦੋਂ ਲਿਖਣੇ, ਹੁਣ ਫਾਰਸੀ 'ਚ ਫਜ਼ਲ, ਫਫਾ ਜ਼ਜ਼ਾ ਲਲ, ਫਜ਼ਲ। ਹੁਣ ਜੋ ਪੰਜਾਬੀ ਲਿਖਣਾ, ਜਦੋਂ ਬਿੰਦੀਆਂ ਨੇ ਸਿਰਫ ਲਿਖਦੇ ਫਜਲ, ਫਫਾ ਜਜਲ ਫਜਲ। ਜਿਵੇਂ ਕਈ ਕਹਿਣਗੇ ਮਸੱਕਤ। ਹੁਣ ਕੋਈ ਫਾਰਸੀ ਵਾਲਾ ਬੈਠਾ ਕਦੇ ਕਿਹਾ ਯਾਰ ਇਹਨਾਂ ਦੇ ਕੱਖ ਆਉਂਦੇ ਨੇ, ਸ਼ਬਦ ਹੈ ਮਸ਼ੱਕਤ, ਇਹ ਕਹਿੰਦੇ ਨੇ ਮਸੱਕਤ। ਇੱਕ ਹੈ ਮਸੱਕਤ, ਫਾਰਸੀ ਦਾ ਸ਼ਬਦ ਹੈ ਮਸ਼ੱਕਤ, ਮਿਹਨਤ। ਜਿਸ ਭਾਸ਼ਾ ਦਾ ਸ਼ਬਦ ਹੋਵੇ ਉਸੇ ਤਰ੍ਹਾਂ ਹੀ ਉਹਦਾ ਉਚਾਰਨ ਕਰਨਾ ਪੈਂਦਾ। ਜਿਵੇਂ ਆੜਾ, ਹਾਹੇ ਤੇ ਟਿੱਪੀ, ਇਹਨੂੰ ਅਹੰਗ ਨਹੀਂ ਬੋਲਣਾ। ਇਹ ਤੇ ਸੰਸਕ੍ਰਿਤ ਦਾ ਸ਼ਬਦ ਹੈ, ਤੇ ਸੰਸਕ੍ਰਿਤ ਦਾ ਸ਼ਬਦ ਹੈ ਅਹਿਮ। ਆੜੇ ਨੂੰ ਦਿਲਾਵਾਂ, ਬਿੰਦੀ, ਹਾਹਾ ਮੰਮਾ, ਅਹਿਮ, ਹੰਕਾਰ। ਸੋ ਅਹੰਗ ਨਹੀਂ ਬੋਲਣਾ, ਉਹ ਸੰਸਕ੍ਰਿਤ ਦਾ ਸ਼ਬਦ ਹੁਣ ਕਰ ਬੋਲਿਆ ਜਾਏਗਾ ਅਹਿਮ। ਇਸ ਲਈ ਅਹੰਕਾਰ, ਅਹੰਕਾਰ ਨਹੀਂ ਅਸੀਂ ਬੋਲਦੇ, ਅਹੰਕਾਰ ਸੰਸਕ੍ਰਿਤ ਦਾ ਸ਼ਬਦ ਹੈ। ਅਹੰਕਾਰ, ਅਹਿਮ, ਹੰਕਾਰ ਜਿਹਨੂੰ ਕਹਿੰਦੇ ਨੇ। ਸੋ ਜਿਸ ਜ਼ਬਾਨ ਦਾ ਸ਼ਬਦ ਹੁੰਦਾ ਉਹਦੇ ਅਨੁਸਾਰ ਹੀ ਉਸ ਸ਼ਬਦ ਦਾ ਉਚਾਰਨ ਹੁੰਦਾ। ਪੰਜਾਬੀ ਦਾ ਸ਼ਬਦ ਹੈ, ਪੰਜਾਬੀ ਤਰ੍ਹਾਂ ਉਚਾਰਨ ਹੋਏਗਾ। ਹਿੰਦੀ ਦਾ ਹਿੰਦੀ ਤਰ੍ਹਾਂ ਹੋਏਗਾ। ਸੰਸਕ੍ਰਿਤ ਦਾ ਸੰਸਕ੍ਰਿਤ ਦੀ ਤਰ੍ਹਾਂ ਹੋਏਗਾ। ਫਾਰਸੀ ਦਾ ਫਾਰਸੀ ਤਰ੍ਹਾਂ ਹੋਏਗਾ। ਜਿਵੇਂ ਫਾਰਸ ਉੱਥੇ ਲਿਖਿਆ ਗੁਰੂ ਦੀਦੰ ਦੱਦਨ ਬਿਹਾਰੀ ਦੱਦਾ ਨੰਨੇ ਤੇ ਟਿੱਪੀ। ਜਿਉਂ ਜੋ ਜ਼ਰੂਰੀ ਨਹੀਂ ਫਾਰਸੀ ਦਾ ਪਤਾ ਪੜੇਗਾ ਦੀਦੰ, ਦੱਦਨ ਬਿਹਾਰੀ ਦੱਦਾ ਨੰਨੇ ਤੇ ਟਿੱਪੀ, ਉਹ ਪੜੇਗਾ ਦੀਦਨੰ ਨਹੀਂ।
ਦੀਦੰ ਦੱਦੇ ਨੂੰ ਬਿਹਾਰੀ ਦੱਦੇ 'ਤੇ ਟਿੱਪੀ, ਗੁਰਬਾਣੀ 'ਚ ਲਿਖਿਆ ਦੱਦੇ ਨੂੰ ਬਿਹਾਰੀ ਦੱਦੇ 'ਤੇ ਟਿੱਪੀ। ਹੁਣ ਜਿਹਨੂੰ ਫਾਰਸੀ ਦਾ ਨਹੀਂ ਗਿਆਨ ਉਹ ਪੜ੍ਹੇਗਾ ਦੀਦੰ, ਹੁਣ ਪੜ੍ਹ ਦੇਗਾ ਦੀਦੰ, ਪਰ ਇਹ ਫਾਰਸੀ ਦਾ ਸ਼ਬਦ ਹੈ, ਇੱਥੇ ਦਾ ਉਚਾਰਨ ਹੈ ਦੀਦਨ, ਦੱਦਨ ਬਿਹਾਰੀ ਦੱਦਾ ਨੰਨਾ, ਦੀਦਨ ਅੱਖਾਂ ਨੂੰ ਕਹਿੰਦੇ ਨੇ। ਆ ਤੇਰੇ ਦੀਦੇ ਫੁੱਟ ਗਏ, ਪਿੰਡਾਂ ਕਿਆ ਕਰਦੇ ਹਨ, ਦੀਦਨ। ਇਸੇ ਤਰ੍ਹਾਂ ਭੁਯੰਗਮ ਸ਼ਬਦ ਹੈ, ਲਿਖਿਆ ਭੁਯੰਗੰ, ਲਿਖਿਆ ਭੁਯੰਗੰ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਸੱਪ, ਇਹਦਾ ਉਚਾਰਨ ਹੈ ਭੁਯੰਗਮ, ਮੰਮਾ ਬੋਲਣਾ ਪਿੱਛੇ ਭੁਯੰਗਮ। ਇਸ ਤਰ੍ਹਾਂ ਖਿਆਲ ਰੱਖਣਾ ਹੁੰਦਾ ਹੈ। ਆ ਜਿਹੜੀ ਹੁਣ ਕਿਤਾਬ ਹੋਰ ਲਿਖੀ ਜਾ ਰਹੀ ਹੈ ਉਸ ਦੇ ਵਿੱਚ ਇਹੀ ਕੁਛ ਹੋਇਆ। ਉਹ ਇੱਕ ਕਿਸਮ ਦੀ ਡਿਕਸ਼ਨਰੀ ਲਿਖੀ ਜਾ ਰਹੀ ਹੈ, 3 ਕੁ ਮਹੀਨਿਆਂ ਤੱਕ ਸ਼ਾਇਦ ਤੁਹਾਡੇ ਹੱਥਾਂ 'ਚ ਆ ਜਾਏਗੀ। ਉਹਦੇ ਵਿੱਚ ਸ਼ਬਦਾਂ ਦੇ ਉਚਾਰਨ ਵੀ ਨੇ ਅਤੇ ਨਾਲ ਅਰਥ ਵੀ ਨੇ। ਜਿਵੇਂ ਕੋਈ ਵੀ ਡਿਕਸ਼ਨਰੀ ਹੁੰਦੀ, ਜਿਵੇਂ ਇੰਗਲਿਸ਼ ਦੀ ਡਿਕਸ਼ਨਰੀ ਹੈ, ਕੋਈ ਸ਼ਬਦ ਹੈ, ਮੰਨ ਲਓ ਉੱਥੇ ਲਿਖਿਆ ਟਾਕ, TALK, ਇਹ ਸ਼ਬਦ ਲਿਖਿਆ। ਹੁਣ ਸਾਡੇ ਬਾਰੇ ਕੋਈ ਟਾਲਕ, ਉਹਨੂੰ ਪੜ੍ਹਦੇ ਟਾਲਕ ਨਹੀਂ, ਹੁਣ ਅੱਗੇ ਉਚਾਰਦੇ ਟਾਕ, ਟਾਕ ਵੀ ਨਹੀਂ, ਹੀ ਇਜ਼ ਟਾਕਿੰਗ, ਉਹ ਗੱਲਾਂ ਕਰ ਰਿਹਾ, ਟਾਕ ਅੱਗੇ ਫਿਰ ਗੱਲਬਾਤ ਜਿਹੜਾ ਲਿਖਿਆ। ਇਸੇ ਤਰ੍ਹਾਂ ਹੀ ਇਹ ਡਿਕਸ਼ਨਰੀ ਤਿਆਰ ਹੋ ਜਾਏਗੀ, ਪਰ ਉਹ ਤਾਂ ABC ਅਨੁਸਾਰ ਡਿਕਸ਼ਨਰੀ ਤਿਆਰ ਹੁੰਦੀ ਹੈ, ਦੂਜੀਆਂ ਊੜਾ ਆੜਾ ਈੜੀ ਅਨੁਸਾਰ ਹੁੰਦੀਆਂ। ਜਿਹੜੀ ਇਹ ਡਿਕਸ਼ਨਰੀ ਮੈਂ ਤਿਆਰ ਕਰ ਰਿਹਾ ਇਹ ਪੇਜ ਵਾਈਜ਼ ਹੈ। ਗੁਰਬਾਣੀ ਦੇ ਪਹਿਲੇ ਅੰਕ, ਪਹਿਲੇ ਸਫ਼ੇ ਦੇ ਜੋ ਸ਼ਬਦ ਨੇ ਉਹਨਾਂ ਦੇ ਉਚਾਰਨ ਲਿਖੇ ਨੇ, ਫਿਰ ਔਖੇ ਸ਼ਬਦਾਂ ਦੇ ਅਰਥ ਲਿਖੇ ਹੋਏ ਨੇ ਤਾਂ ਜੋ ਸਾਨੂੰ ਲੱਭਣੇ ਆਸਾਨ ਹੋ ਜਾਣ। ਨਹੀਂ ਤਾਂ ਦੂਜੀਆਂ ਡਿਕਸ਼ਨਰੀਆਂ ਕੋਈ ਨਹੀਂ ਫਰੋਲਦਾ, ਕਿਹੜਾ ਵਾਰੀ ਵਾਰੀ ਸਫ਼ੇ ਉਲਟਾਉਂਦਾ ਫਿਰੇ। ਤੁਸੀਂ ਮੰਨ ਲਓ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਅਤੇ ਜੇ ਦੂਜੀ ਤਰ੍ਹਾਂ ਡਿਕਸ਼ਨਰੀ ਲਿਖੀ ਹੈ ਤਾਂ ਲੱਭਣਾ ਹੀ ਔਖਾ ਹੋ ਜਾਏਗਾ। ਫਿਰ ਇਸ ਲਈ ਇਸ ਦਾ ਖਿਆਲ ਰੱਖ ਕੇ ਇਹ ਜਿਹੜਾ ਪੇਜ ਵਾਈਜ਼ ਲਿਖੀਏ ਗੁਰੂ ਗ੍ਰੰਥ ਦੇ ਪਹਿਲੇ ਸਫ਼ੇ 'ਚ ਜਿਹੜੇ ਸ਼ਬਦਾਂ ਦੇ ਉਚਾਰਨ, ਔਖੇ ਸ਼ਬਦਾਂ ਦੇ ਉਚਾਰਨ ਲਿਖੇ ਨੇ ਪਹਿਲਾਂ, ਫਿਰ ਉਹਨਾਂ ਦੇ ਅਰਥ ਲਿਖੇ ਹਨ ਤਾਂ ਜੋ ਪਾਠੀ ਨੂੰ ਪਾਠ ਕਰਨਾ ਸੌਖਾ ਹੋ ਜਾਏ, ਉਹਨੂੰ ਉਚਾਰਨ ਆ ਜਾਣ, ਦੂਸਰਾ ਉਸ ਨੂੰ ਨਾਲ ਦੀ ਨਾਲ ਉਹਦਾ ਅਰਥ ਵੀ ਸਮਝ ਆ ਜਾਵੇ ਤਾਂ ਜੋ ਬਾਣੀ ਪੜ੍ਹਨ ਵੇਲੇ ਬੜਾ ਆਨੰਦ ਆਵੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੇ ਕੋ ਖਾਇਕ ਆਖਣ ਪਾਏ, ਖਾਇਕ ਮੂਰਖ ਨੂੰ ਕਹਿੰਦੇ। ਜੇ ਕੋਈ ਮੂਰਖ ਇਸ ਬੰਦ ਖਲਾਸੀ ਬਾਰੇ ਕੋਈ ਦੱਸਣਾ ਚਾਹੇ, ਆਖਣਾ ਚਾਹੇ, ਉਹ ਜਾਣੇ ਜੇਤੀਆਂ ਮੂੰਹ ਖਾਏ। ਮੂੰਹੇ ਨਹੀਂ ਪੜ੍ਹਨਾ ਇਸ ਨੂੰ, ਮੂੰਹ ਨਾਉਨ ਹੈ, ਨਾਮ ਹੈ। ਗੁਰਬਾਣੀ 'ਚ ਜਿੰਨੇ ਵੀ ਨਾਮ ਨੇ ਉਹਨਾਂ ਦੇ ਹਾਹੇ ਲੱਗੀ ਸਿਹਾਰੀ ਅਤੇ ਔਂਕੜ ਨਹੀਂ ਬੋਲਦੇ, ਸਿਰਫ ਉਹ ਅਰਥ ਦਿੰਦੇ ਨੇ। ਮੂੰਹ ਉੱਤੇ, ਦੂਜਾ ਅਰਥ ਦਾ ਮੂੰਹ ਨਾਲ, ਇੱਥੇ ਮੂੰਹ ਉੱਤੇ। ਉਹ ਜਾਣੇ ਜੇਤੀਆਂ ਮੂੰਹ ਖਾਏ। ਉਹੀ ਜਾਣਦਾ ਕਿ ਉਹਦੇ ਮੂੰਹ 'ਤੇ ਕਿੰਨੀਆਂ ਚਪੇੜਾਂ ਪੈਣਗੀਆਂ ਉੱਥੇ ਜਾ ਕੇ। ਵੀ ਅੱਛਾ ਤੈਨੂੰ ਬਹੁਤਾ ਗਿਆਨ ਹੈ। ਬੰਦ ਖਲਾਸੀ ਦੇ ਪਰਮਾਤਮਾ ਦੀ ਮਰਜ਼ੀ ਨਾਲ ਹੋਣੀ ਹੈ, ਤੇਰੇ ਕਹਿਣ ਨਾਲ, ਤੇਰੇ ਢੰਗ ਤਰੀਕੇ ਨਾਲ ਨਹੀਂ ਹੋਣੀ। ਇਸ ਲਈ ਉੱਥੇ ਨੂੰ ਸਜ਼ਾ ਮਿਲਦੀ। ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕਈ ਕੇ। ਆਪੇ ਜਾਣੈ ਆਪੇ ਦੇ, ਪਰਮਾਤਮਾ ਆਪ ਹੀ ਜਾਣਦਾ ਹੈ ਅਤੇ ਆਪ ਹੀ ਇਹ ਦੁੱਖ ਭੁੱਖ ਦੀ ਮਾਰ ਦਿੰਦਾ ਹੈ। ਆਖੈ ਸੇ ਪੇ ਕਈ ਕੇ, ਉਹ ਤੇ ਹਰ ਇੱਕ ਕਹਿੰਦਾ ਹੈ। ਆਖੈ ਆਖਦੇ ਹਨ, ਸੇ ਪੇ ਕਈ ਕੇ, ਕਈ ਕੇ ਦਾ ਮਤਲਬ ਹੈ ਵਿਰਲੇ ਟਾਵੇਂ। ਵਿਰਲੇ ਟਾਵੇਂ ਜਿਹੜੇ ਨੇ ਉਹ ਆਖ ਸਕਦੇ ਨੇ ਕਿ ਇਹ ਦੁੱਖ ਭੁੱਖ ਦੀ ਖਲਾਸੀ ਕਿਵੇਂ ਹੋ ਸਕਦੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਕਰਨ ਦੀ ਬਖਸ਼ਿਸ਼ ਕਰਦਾ,
ਅਸੀਂ ਆਪਣੀ ਮਰਜ਼ੀ ਨਾਲ ਸਿਫਤ ਸਲਾਹ ਵੀ ਨਹੀਂ ਕਰਦੇ। ਇਹ ਤਾਂ ਉਹਦੀ ਬਖਸ਼ਿਸ਼ ਹੈ, ਇਹ ਤਾਂ ਉਹਦੀ ਕਿਰਪਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਬਖਸ਼ ਦਿੰਦਾ ਹੈ, ਦੇ ਦਿੰਦਾ ਹੈ, ਜਿਸ ਤੇ ਸਿਫਤ ਸਲਾਹ ਕਰਨ ਦੀ ਬਖਸ਼ਿਸ਼ ਕਰ ਦਿੰਦਾ ਨਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਫਾਰਸੀ ਦੇ ਸ਼ਬਦ ਹੈ। ਪਾਤਸ਼ਾਹ ਫਾਰਸੀ ਦਾ ਸ਼ਬਦ ਹੈ, ਇਸ ਲਈ ਪਾਤਸ਼ਾਹੋ ਨਹੀਂ ਪੜ੍ਹਨਾ। ਇਹ ਫਾਰਸੀ ਦਾ ਸ਼ਬਦ ਹੈ, ਇਸ ਲਈ ਪਾਤਸ਼ਾਹੋ ਪਾਤਸ਼ਾਹੀ ਨਹੀਂ ਪੜ੍ਹਨਾ। ਇਹ ਹੈ ਪਾਤਸ਼ਾਹ, ਪਾਤਸ਼ਾਹੀ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਤੇ ਪਾਤਸ਼ਾਹੀਆਂ ਦਾ ਪਾਤਸ਼ਾਹ ਹੈ, ਜਿਹਨੂੰ ਬਾਦਸ਼ਾਹ ਕਹਿੰਦੇ, ਰਾਜਾ। ਉਹ ਤੇ ਪਾਤਸ਼ਾਹੀਆਂ ਦਾ ਪਾਤਸ਼ਾਹ ਹੈ, ਭਾਵ ਉਹ ਤੇ ਰਾਜਿਆਂ ਦਾ ਰਾਜਾ ਹੈ। ਕੌਣ? ਜਿਸ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਬਖਸ਼ਿਸ਼ ਕਰ ਦਿੰਦਾ, ਉਹ ਫਿਰ ਪਰਮਾਤਮਾ ਦੀ ਕਰਦਾ ਸਿਫਤ ਸਲਾਹ। ਫਿਰ ਰਾਜੇ ਮਹਾਰਾਜੇ ਵੀ ਆ ਕੇ ਉਹਦੇ ਅੱਗੇ ਝੁਕਦੇ ਨੇ, ਹੋ ਗਏ ਨਾ ਫਿਰ ਉਹਨਾਂ ਦਾ ਵੀ ਰਾਜਾ। ਅੱਗੇ ਕਹਿੰਦੇ ਅਮੁੱਲ ਗੁਣ ਅਮੁੱਲ ਵਪਾਰ। ਮੁੱਲ ਹੁੰਦਾ ਜਿਹਦੀ ਆਪਾਂ ਕੀਮਤ ਪਾ ਸਕੀਏ, ਅਮੁੱਲ ਜਿਹਦੀ ਕੀਮਤ ਹੀ ਨਾ ਹੋਵੇ ਕੋਈ, ਜਿਹਨੂੰ ਕਹਿੰਦੇ ਅਮੋਲਕ। ਪਰਮਾਤਮਾ ਦੇ ਗੁਣਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹ ਤੇ ਅਮੁੱਲ ਨੇ, ਉਹ ਤੇ ਅਮੋਲਕ ਨੇ। ਉਹ ਪੈਸਿਆਂ ਨਾਲ ਮੁੱਲ ਦੇ ਕੇ ਖਰੀਦੇ ਨਹੀਂ ਜਾ ਸਕਦੇ, ਉਹ ਤੇ ਅਮੋਲਕ ਨੇ, ਉਹਨਾਂ ਦਾ ਮੁੱਲ ਹੀ ਕੋਈ ਨਹੀਂ ਹੈ। ਅਮੁੱਲ ਗੁਣ, ਪਰਮਾਤਮਾ ਦੇ ਗੁਣ ਅਮੋਲਕ ਹਨ। ਅਮੁੱਲ ਵਪਾਰ, ਉਹਨਾਂ ਗੁਣਾਂ ਦਾ ਵਪਾਰ ਜਿਹੜਾ ਉਹ ਵੀ ਅਮੋਲਕ ਹੈ। ਉਹਨਾਂ ਗੁਣਾਂ ਦੇ ਜਿਹੜੇ ਵਪਾਰ ਨੇ ਉਹ ਵੀ ਅਮੋਲਕ ਨੇ। ਅਮੁੱਲ ਵਪਾਰੀਏ, ਜਿਹੜੇ ਵਪਾਰ ਕਰਦੇ ਨੇ ਗੁਣਾਂ ਦਾ ਉਹ ਵੀ ਅਮੋਲਕ। ਅਮੁੱਲ ਭੰਡਾਰ, ਜਿਹੜੇ ਗੁਣਾਂ ਦੇ ਭੰਡਾਰ ਨੇ ਉਹ ਵੀ ਅਮੋਲਕ। ਅਮੁੱਲ ਆਵੇਂ ਅਮੁੱਲ ਲੈ ਜਾਹੀਂ, ਜਿਹੜੇ ਇਹ ਗੁਣਾਂ ਦਾ ਵਪਾਰ ਕਰਨ ਲਈ ਇਸ ਸੰਸਾਰ 'ਤੇ ਆਉਂਦੇ ਹਨ ਉਹ ਵੀ ਅਮੋਲਕ। ਅਮੁੱਲ ਲੈ ਜਾਹੀਂ, ਅਤੇ ਜਿਹੜੇ ਗੁਣਾਂ ਨੂੰ ਨਾਲ ਲੈ ਕੇ ਜਾਂਦੇ ਨੇ ਉਹ ਵੀ ਅਮੋਲਕ, ਉਹ ਵੀ ਅਮੋਲਕ। ਗੁਣਾਂ ਨੂੰ ਲੈਣ ਲਈ ਆਉਣ ਵਾਲੇ ਵੀ ਅਮੋਲਕ, ਅਤੇ ਜਿਹੜੇ ਗੁਣਾਂ ਨੂੰ ਲੈ ਕੇ ਜਾ ਰਹੇ ਨੇ ਉਹ ਵੀ ਅਮੋਲਕ। ਅਮੁੱਲ ਭਾਏ, ਪਰਮਾਤਮਾ ਦਾ ਪਿਆਰ ਵੀ ਅਮੋਲਕ ਹੈ। ਪਿਆਰ ਦੀ ਕੋਈ ਕੀਮਤ ਨਹੀਂ ਹੋਇਆ ਕਰਦੀ। ਪਿਆਰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਕਹਿੰਦੇ ਸੰਮਨ, ਜੇ ਪੈਸਿਆਂ ਨਾਲ ਪਿਆਰ ਮਿਲਦਾ ਹੁੰਦਾ ਤਾਂ ਰਾਵਣ ਕੋਈ ਗਰੀਬ ਥੋੜ੍ਹਾ ਹੀ ਸੀ, ਉਹ ਪੈਸੇ ਦੇ ਕੇ ਸੀਤਾ ਦਾ ਪਿਆਰ ਖਰੀਦ ਲੈਂਦਾ। ਨਹੀਂ, ਕਹਿੰਦੇ ਪਿਆਰ ਪੈਸਿਆਂ ਨਾਲ ਨਹੀਂ ਮਿਲਦਾ, ਪਿਆਰ ਦੀ ਕੋਈ ਕੀਮਤ ਹੀ ਨਹੀਂ ਹੈਗੀ। ਨਹੀਂ ਤਾਂ ਰਾਵਣ ਕੋਈ ਗਰੀਬ ਥੋੜ੍ਹਾ ਸੀ, ਉਹ ਖਰੀਦ ਲੈ ਪੈਸੇ ਨਾਲ। ਸੋ ਇਸ ਲਈ ਅਮੁੱਲ ਪਾਏ, ਰੱਬੀ ਪਿਆਰ ਜਿਹੜਾ ਨਾ ਇਹ ਅਮੋਲਕ ਹੈ। ਅਮੁੱਲਾ ਸਮਾਹੀ, ਅਤੇ ਜਿਹੜੇ ਉਹਦੇ ਰੱਬ ਦੇ ਵਿੱਚ ਸਮਾ ਜਾਂਦੇ ਹਨ, ਜਿਹੜੇ ਰੱਬ ਨੂੰ ਪਿਆਰ ਕਰਦੇ ਨੇ ਉਹ ਵੀ ਅਮੋਲਕ, ਅਤੇ ਜਿਹੜੇ ਰੱਬ ਦੇ ਵਿੱਚ ਸਮਾ ਜਾਂਦੇ ਹਨ ਉਹ ਵੀ ਅਮੋਲਕ। ਕਿਉਂਕਿ ਨਾਮ ਜਪ ਜਪ ਕੇ ਮਨੁੱਖ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਰਲ ਜਾਂਦੀ ਹੈ। ਬਸ ਜਿਵੇਂ ਦਰਿਆ ਅਤੇ ਨਾਲੇ ਵਗਦੇ 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 ਸਮੁੰਦਰ ਦੇ ਵਿੱਚ ਜਾ ਰਲਦੇ ਨੇ, ਫਿਰ ਵੱਖਰੇ ਨਹੀਂ ਨਾ ਹੋ ਸਕਦੇ, ਫਿਰ ਉਹ ਸਮੁੰਦਰ ਤੋਂ ਵੱਖਰੇ ਨਹੀਂ ਹੋ ਸਕਦੇ। ਇਸ ਤਰ੍ਹਾਂ ਜਦੋਂ ਸਾਡੀ ਜੋਤ ਪਰਮਾਤਮਾ ਜਾ ਕੇ ਰਲੇਗੀ, ਫਿਰ ਸਾਡੀ ਜੋਤ ਪਰਮਾਤਮਾ ਤੋਂ ਵੱਖਰੀ ਨਹੀਂ ਹੋਏਗੀ, ਉਹਦੇ ਵਿੱਚ ਹੀ ਰਲ ਗਈ ਹੈ। ਇਸ ਲਈ ਜਿਹੜੇ ਪਰਮਾਤਮਾ ਨੂੰ ਭਾਏ ਪਿਆਰ ਕਰਦੇ ਨੇ ਉਹ ਵੀ ਅਮੋਲਕ। ਅਮੁੱਲਾ ਸਮਾਹੇ, ਅਤੇ ਜਿਹੜੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਉਹ ਵੀ ਅਮੋਲਕ। ਅਮੁੱਲ ਧਰਮ, ਧਰਮ ਹੁੰਦਾ ਨਿਆਂ।
ਅਲਾ ਕਹਿੰਦੇ ਇਹ ਧਰਮ ਦੀ ਕਮਾਈ ਕਰਦਾ ਜੀ, ਸੱਚੀ ਸੁੱਚੀ ਕਰ ਅਮੁੱਲ ਧਰਮ। ਪਰਮਾਤਮਾ ਜਿਹੜਾ ਨਿਆਂ ਹੈ ਨਾ, ਇਨਸਾਫ, ਉਹ ਵੀ ਅਮੁੱਲਕ ਹੈ। ਅਮੁੱਲ ਦੀਵਾਨ ਅਤੇ ਪਰਮਾਤਮਾ ਦੀ ਕਚਹਿਰੀ, ਉਹ ਵੀ ਅਮੁੱਲਕ ਹੈ। ਉਹਦੀ ਕਚਹਿਰੀ ਦੇ ਵਿੱਚ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਨਾ। ਇਸ ਲਈ ਜਿਹੜੇ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਉਹ ਨਿਆਂ ਅਨੁਸਾਰ ਹੁੰਦਾ, ਬੇਇਨਸਾਫੀ ਨਹੀਂ ਹੁੰਦੀ। ਬੇਇਨਸਾਫੀ। ਮੁਸਲਮਾਨ ਰਾਜੇ, ਪੁਰਾਣੇ ਰਾਜੇ, ਕੋਲ ਪੰਡਤ ਰੱਖਦੇ ਸਨ, ਕਾਜ਼ੀ ਰੱਖਦੇ ਸਨ, ਮੁੱਲਾ ਰੱਖਦੇ ਸਨ। ਜਿਵੇਂ ਵਜ਼ੀਦ ਖਾਨ ਨੇ, ਜਿਹੜਾ ਕਿ ਸਰਹੱਦ ਦਾ ਸੂਬੇਦਾਰ ਸੀ, ਉਹਨੇ ਕਾਜ਼ੀ ਨੂੰ ਪੁੱਛਿਆ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਉਹ ਕਹਿੰਦੇ ਕੁਰਾਨ ਅਨੁਸਾਰ ਇਹਨਾਂ ਬੱਚਿਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਛੋਟੇ ਨੇ, ਇਹ ਛੋਟੇ ਨੇ। ਇੱਥੋਂ ਤੱਕ ਤਾਂ ਠੀਕ ਸੀ, ਪਰ ਹੁਣ ਸਜ਼ਾ ਤਾਂ ਦੇਣੀ ਸੀ, ਫਿਰ ਬਹਾਨਾ ਤਾਂ ਕੋਈ ਲੱਭਣਾ ਸੀ। ਜਿਵੇਂ ਬਘਿਆੜ ਪਾਣੀ ਪੀ ਰਿਹਾ, ਉਦੋਂ ਇੱਕ ਲੇਲਾ ਵੀ ਪਾਣੀ ਪੀ ਰਿਹਾ। ਪਾਣੀ ਬਘਿਆੜ ਵੱਲੋਂ ਲੇਲੇ ਵੱਲ ਨੂੰ ਜਾ ਰਿਹਾ ਹੈ, ਦੋਨੋਂ ਪਾਣੀ ਪੀ ਰਹੇ ਨੇ। ਬਘਿਆੜ ਨੇ ਸੋਚਿਆ ਵੀ ਲੇਲੇ ਨੂੰ ਖਾਣਾ, ਕੋਈ ਬਹਾਨਾ ਤਾਂ ਚਾਹੀਦਾ ਨਾ। ਜਿਵੇਂ ਕਿ ਪੀਣੇ ਵਾਲੇ को पीने का बहाना चाहिए। दुख है ਤਾਂ ਵੀ ਕਿ ਲਿਆ ਘੁੱਟ ਪੀ ਵੀ ਯਾਰ ਦੁੱਖ ਦੂਰ ਹੋਵੇ, ਜੇ ਖੁਸ਼ੀ ਹੈ ਲਿਆ ਘੁੱਟ ਪੀ ਵੀ ਖੁਸ਼ੀ ਵਧੇ। ਉਹ ਬਹਾਨਾ ਭਾਲਦਾ, ਬਹਾਨਾ ਭਾਲਦਾ। ਬਘਿਆੜ ਹੁਣ ਬਹਾਨਾ ਭਾਲਦਾ, ਲੇਲੇ ਨੂੰ ਖਾਣਾ। ਕਹਿੰਦਾ ਉਹ ਲੇਲੇ, ਤੂੰ ਮੇਰਾ ਪਾਣੀ ਗੰਦਾ ਕਰ ਰਿਹਾ। ਉਹ ਕਹਿੰਦਾ ਮਹਾਰਾਜ ਜੀ, ਪਾਣੀ ਤਾਂ ਤੁਹਾਡੇ ਵੱਲੋਂ ਮੇਰੇ ਵੱਲ ਨੂੰ ਆ ਰਿਹਾ। ਵਿਚਾਰਾ ਕੱਚਾ ਜਿਹਾ ਹੋ ਗਿਆ ਵੀ ਗੱਲ ਤਾਂ ਠੀਕ। ਹੋ ਲੈ, ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ। ਕਹਿੰਦਾ ਮਹਾਰਾਜ ਜੀ, ਮੈਂ ਤਾਂ ਪਿਛਲੇ ਸਾਲ ਪੈਦਾ ਹੀ ਨਹੀਂ ਸੀ ਹੋਇਆ, ਫਿਰ ਕੱਚਾ ਹੋ ਗਿਆ। ਅੱਛਾ, ਜੇ ਤੂੰ ਨਹੀਂ ਕੱਢੀਆਂ ਫਿਰ ਤੇਰੇ ਬਾਪ ਨੇ ਕੱਢੀਆਂ ਤੇ ਝਪਟਾ ਮਾਰਿਆ ਖਾ ਗਿਆ, ਝਪਟਾ ਮਾਰਿਆ ਖਾ ਗਿਆ। ਇਹ ਬਹਾਨੇ ਨੇ, ਇਹ ਬਹਾਨੇ ਨੇ। ਸੋ ਪਰਮਾਤਮਾ ਦਾ ਜਿਹੜਾ ਹੈ ਧਰਮ, ਉਹ ਨਿਆਂ 'ਤੇ ਹੈ। ਪਰਮਾਤਮਾ ਦਾ ਨਿਆਂ ਅਮੋਲਕ ਹੈ। ਦੀਵਾਨ, ਉਹਦੀ ਕਚਹਿਰੀ ਵੀ ਅਮੋਲਕ ਹੈ, ਜਿੱਥੇ ਫੈਸਲੇ ਹੁੰਦੇ ਹਨ। ਦਰਬਾਰ, ਦੀਵਾਨ ਮੇਰੇ ਦਰਬਾਰ, ਕਚਹਿਰੀ। ਪਹਿਲਾਂ ਕਦੇ ਰਾਜੇ ਦਾ ਦਰਬਾਰ ਲੱਗਿਆ ਜੀ, ਉੱਥੇ ਰਾਜਾ ਫਰਿਆਦਾਂ ਸੁਣਦਾ ਸੀ। ਆ ਕੇ ਲੋਕ ਬੇਨਤੀ ਕਰਦੇ, ਜੀ ਮੈਂ ਫਲਾਣੇ ਮੇਰੇ ਐਂ ਕੀਤਾ, ਫਲਾਣੇ ਮੇਰੀ ਚੋਰੀ ਕਰ ਲਈ, ਫਲਾਣੇ ਆਹ ਕੀਤਾ। ਉੱਥੇ ਆ ਕੇ ਫਰਿਆਦ ਕਰਦੇ ਸਨ, ਬੇਨਤੀ ਕਰਦੇ ਸਨ। ਉਹ ਦੀਵਾਨ ਸੀ, ਦਰਬਾਰ ਸੀ। ਸੋ ਪਰਮਾਤਮਾ ਦਾ ਦਰਬਾਰ ਵੀ ਅਮੋਲਕ ਅਤੇ ਉਹਦਾ ਨਿਆਂ ਵੀ ਅਮੋਲਕ। ਅਮੁੱਲ ਤੋਲ ਤੋਂ ਇੱਕ ਉਹਦੀ ਤੱਕੜੀ, ਇੱਕ ਹੁੰਦਾ ਤੱਕੜ, ਵੱਡੀ ਸਾਰੀ ਤੱਕੜੀ, ਜਿਹਨੂੰ ਕਈ ਥਾਂ ਲਿਖਿਆ ਧਰਮ ਕਾਂਟਾ, ਧਰਮ ਕੰਡਾ ਲਿਖਿਆ, ਜਿਸ 'ਤੇ ਮੰਨ ਲਓ ਟਰੱਕ 'ਤੇ ਭਾਰ ਲੱਦਿਆ ਹੋਇਆ, ਕਿਸੇ ਤੱਕੜੀ 'ਤੇ ਭਾਰ ਨਹੀਂ ਤੋਲਿਆ ਜਾ ਸਕਦਾ। ਉਹ ਫਿਰ ਕੰਡੇ 'ਤੇ ਜਾ ਕੇ ਤੋਲਦੇ ਨੇ, ਵੀ ਇੰਨੇ ਕੁਇੰਟਲ ਟਨ ਭਾਰ ਹੈ ਇਹਦਾ। ਪਰਮਾਤਮਾ ਜਿਹੜਾ ਕੰਡਾ ਹੈ ਨਾ, ਤੋਲ, ਉਹ ਵੀ ਅਮੋਲਕ ਹੈ। ਅਮੁੱਲ ਪ੍ਰਵਾਨ, ਪ੍ਰਵਾਨ ਦਾ ਵੱਟਾ, ਅਤੇ ਜਿਸ ਵੱਟੇ ਦੇ ਨਾਲ ਉਹ ਸਾਡੇ ਕਰਮ ਤੋਲਦਾ, ਉਹ ਵੀ ਅਮੋਲਕ। ਉਹਦੀ ਤੱਕੜੀ ਵੀ ਅਮੋਲਕ, ਉਹਦਾ ਵੱਟਾ ਵੀ ਅਮੋਲਕ। ਤੁਸੀਂ ਕਹੋਗੇ ਜੀ ਤੱਕੜੀ 'ਤੇ ਸਾਡੇ ਕਰਮ ਰੱਖ ਕੇ ਤੋਲਦਾ ਹੈ। ਗੱਲ ਸਮਝਾਉਣ ਲਈ ਹੁੰਦੀ ਹੈ। ਸਮਝਾਉਣ ਲਈ ਕਈ ਵਾਰੀ ਸੰਸਾਰੀ ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ ਇੱਕ ਵਾਰੀ ਰਾਜਾ ਜਨਕ ਧਰਮ ਰਾਜ ਨੂੰ ਮਿਲਣ ਜਾ ਰਿਹਾ। ਹੁਣ ਉਹ ਬ੍ਰਹਮ ਗਿਆਨੀ ਸੀ। ਜਦੋਂ ਨਰਕਾਂ ਦੇ ਉੱਤੋਂ ਲੰਘਣ ਲੱਗਾ ਨਾ, ਕੀ ਦੇਖਦੇ ਵੀ ਤਾਂ ਚੀਕ ਚਿੰਗਾੜਾ ਪਿਆ ਹੋਇਆ, ਲੋਕ ਚੀਕਾਂ ਮਾਰੇ ਰੋ ਰਹੇ ਨੇ, ਦੁਖੀ ਰਹੇ। ਜਦੋਂ ਉਹ ਉੱਤੋਂ ਲੰਘਣ ਲੱਗਿਆ, ਲੋਕ ਇੱਕਦਮ ਸ਼ਾਂਤ ਹੋ ਗਏ। ਉਹਨਾਂ ਨੇ ਕਿਸੇ ਨੂੰ ਪੁੱਛਿਆ ਵੀ ਕੌਣ ਜਾ ਰਿਹਾ ਜਿਹਦੇ ਕਾਰਨ ਇੰਨੀ ਸਾਨੂੰ ਸ਼ਾਂਤੀ ਮਿਲੀ ਹੈ। ਕਹਿੰਦੇ ਮਾਤ ਲੋਕ ਤੋਂ ਰਾਜਾ ਜਨਕ ਜਾ ਰਿਹਾ। ਉਹ ਤਾਂ ਜੀ ਬੇਨਤੀ ਲੱਗੇ ਕਰਨ ਵੀ ਤੁਹਾਡੇ ਇਸ ਲੰਘਣ ਨਾਲ ਸਾਨੂੰ ਇੰਨੀ ਸ਼ਾਂਤੀ ਮਿਲੀ ਹੈ
ਕਿਰਪਾ ਕਰਕੇ ਤੁਸੀਂ ਸਾਡੇ ਕੋਲ ਹੀ ਰਹੋ। ਉਹ ਕਹਿੰਦੇ ਭਾਈ ਮੈਂ ਤੁਹਾਡੇ ਕੋਲ ਨਹੀਂ ਰਹਿ ਸਕਦਾ, ਮੈਂ ਤੇ ਧਰਮਰਾਜ ਨੂੰ ਮਿਲਣ ਚੱਲੇ। ਕਹਿ ਜੀ ਸਾਡੇ ਲੋ ਬੇਨਤੀ ਵੀ ਕਰ ਦਿਓ ਧਰਮਰਾਜ ਕੋਲ। ਹਾਂ ਕਹਿੰਦਾ ਬੇਨਤੀ ਕਰ ਦੇ। ਹੁਣ ਬ੍ਰਹਮ ਗਿਆਨੀ ਪਹੁੰਚਿਆ, ਧਰਮਰਾਜ ਖੜਾ ਹੋ ਗਿਆ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਤੇ ਰੱਬ ਰੂਪ ਹੁੰਦਾ ਹੈ। ਧਰਮਰਾਜ ਖੜਾ ਹੋ ਗਿਆ, ਆਓ ਜੀ ਆਓ ਜੀ, ਕਿਵੇਂ ਆਏ ਜੀ, ਕਿਵੇਂ ਚਰਨ ਪਾਏ ਨੇ, ਸੇਵਾ ਦੱਸੋ ਜੀ। ਰਾਜਾ ਜਨਕ ਕਹਿੰਦਾ ਵੀ ਮੈਂ ਨਾ ਨਰਕ ਤੋਂ ਲੰਘਿਆ ਸੀ। ਇਹ ਨਰਕਾਂ ਜਿਹੜੇ ਰੂਹਾਂ ਨੇ ਬੜੀਆਂ ਤੜਫ ਰਹੀਆਂ ਨੇ, ਬੜੀਆਂ ਦੁਖੀ ਨੇ, ਮੈਨੂੰ ਆ ਗਿਆ ਤਰਸ, ਇਸ ਲਈ ਉਹਨਾਂ ਦਾ ਕੁਛ ਕਰੋ ਜੀ, ਉਹਨਾਂ ਨੂੰ ਕੱਢੋ ਉੱਥੋਂ। ਧਰਮਰਾਜ ਕਹਿੰਦਾ ਰਾਜਨ ਉਹ ਆਪਣੇ ਉਹਨਾਂ ਨੇ ਪਿਛਲੇ ਕੀਤੇ ਸਨ ਪਾਪ, ਜਦੋਂ ਮਨੁੱਖ ਸਨ ਉਹਨਾਂ ਕੀਤੇ ਪਾਪ ਕਰਮ, ਉਸ ਕਰਕੇ ਉਹਨਾਂ ਨੂੰ ਨਰਕ ਮਿਲਿਆ ਹੋਇਆ, ਦੁੱਖ ਮਿਲੇ ਹੋਏ ਨੇ। ਇਹ ਤਾਂ ਆਪਣੇ ਕਰਮ ਭੋਗ ਰਹੇ ਨੇ, ਮੈਂ ਕੀ ਕਰ ਸਕਦਾ ਇਸ 'ਚ। ਕਹਿੰਦੇ ਨਹੀਂ ਕੁਛ ਤੇ ਕਰੋ। ਕਹਿੰਦੇ ਇੱਕ ਗੱਲ ਹੋ ਸਕਦੀ ਹੈ, ਕਹਿੰਦੇ ਮੈਂ ਤੱਕੜੀ ਮੰਗਾਉਣਾ, ਬੋਲੋ ਤੁਸੀਂ ਆਪਣਾ ਕਿੰਨਾ ਸਿਮਰਨ ਦਾਨ ਕਰ ਦਿਓ, ਜਿੰਨਾ ਤੁਸੀਂ ਸਿਮਰਨ ਮੈਨੂੰ ਦਾਨ ਕਰ ਦਿਓ ਮੈਂ ਉਹਦੇ ਬਰਾਬਰ ਦੂਜੇ ਪੱਲੜੇ 'ਚ ਨਾ ਰੂਹਾਂ ਨੂੰ ਬਿਠਾ ਕੇ ਸਵਰਗ ਨੂੰ ਭੇਜ ਦਾਂਗੇ। ਅਤੇ ਭਾਈ ਗੁਰਦਾਸ ਸਿੰਘ ਏਕ ਘੜੀ ਕੇ ਸਿਮਰਨੇ, ਰਾਜਾ ਜਨਕ ਕਹਿੰਦਾ ਮੈਂ ਇੱਕ ਘੜੀ ਦਾ ਸਿਮਰਨ ਦਿੱਤਾ, 22.5 ਮਿੰਟ ਦੀ ਘੜੀ ਹੁੰਦੀ, 22.5 ਮਿੰਟ ਦੀ ਘੜੀ ਹੁੰਦੀ। ਕਹਿੰਦਾ ਮੈਂ ਇੱਕ ਘੜੀ ਦਾ ਸਿਮਰਨ ਦਿੱਤਾ। ਧਰਮਰਾਜ ਨੇ ਉਹ ਇੱਕ ਘੜੀ ਦਾ ਸਿਮਰਨ ਇੱਕ ਪੱਲੇ 'ਚ ਰੱਖ ਲਿਆ, ਦੂਜੇ ਪੱਲੇ 'ਚ ਰੂਹਾਂ ਬਿਠਾਉਣੀਆਂ ਸ਼ੁਰੂ ਕੀਤੀਆਂ ਨਰਕ ਦੀਆਂ। ਉਹ ਨੀਵੇਂ ਹੀ ਰਿਹਾ, ਉਹ ਪੱਲਾ ਸਿਮਰਨ ਵਾਲਾ ਪੱਲਾ, ਨਾਮ ਵਾਲਾ ਪੱਲਾ ਨੀਵੇਂ ਹੀ ਰਿਹਾ, ਸਾਰਾ ਨਰਕ ਖਾਲੀ ਹੋ ਗਿਆ। ਅਤੇ ਧਰਮਰਾਜ ਨੇ ਇੱਕ ਘੜੀ ਦੇ ਸਿਮਰਨ ਬਦਲੇ ਸਾਰੇ ਨਰਕ ਨਿਵਾਸੀਆਂ ਨੂੰ ਸਵਰਗ 'ਚ ਭੇਜਤਾ। ਇਹ ਗੱਲ ਸਮਝਾਉਣ ਲਈ ਹੁੰਦੀ ਹੈ ਤੱਕੜੀ। ਇਹ ਜਿਹੜੀ ਤੱਕੜੀ ਦੇ ਵੱਟੇ ਨਾ, ਇਹ ਗੱਲ ਸਮਝਾਉਣ ਲਈ। ਨਾਮ ਦੇ ਵਿੱਚ ਤਾਕਤ ਹੀ ਇੰਨੀ ਹੈ, ਜੇ ਨਾਮ ਨਰਕ ਨਿਵਾਸੀਆਂ ਨੂੰ ਨਰਕ ਦੇ ਵਿੱਚੋਂ ਕੱਢ ਕੇ ਸਵਰਗ 'ਚ ਭੇਜ ਸਕਦਾ ਤਾਂ ਤੁਸੀਂ ਨਾਮ ਜਪ ਕੇ ਸਿੱਧੇ ਸਵਰਗ ਕਿਉਂ ਨਹੀਂ ਜਾ ਸਕਦੇ ਬਈ? ਕਿਉਂ ਨਹੀਂ ਜਾ ਸਕਦੇ? ਜੇ ਨਾਮ ਦੀ ਇੰਨੀ ਸ਼ਕਤੀ ਹੈ ਕਿ 22.5 ਮਿੰਟ ਦਾ ਜਪਿਆ ਹੋਇਆ ਸਿਮਰਨ ਨਾਮ ਲੱਖਾਂ ਕਰੋੜਾਂ ਜਿਹੜਾ ਹੈ ਨਰਕ ਨਿਵਾਸੀਆਂ ਨੂੰ ਸਵਰਗ 'ਚ ਲਿਜਾ ਸਕਦਾ, ਤਾਂ ਅਸੀਂ ਨਾਮ ਜਪ ਕੇ ਕਿਉਂ ਨਹੀਂ ਸਵਰਗ ਜਾ ਸਕਦੇ? ਕੋਈ ਜ਼ਰੂਰੀ ਨਰਕ ਜਾਣਾ, ਕੋਈ ਜ਼ਰੂਰੀ ਜਮਦੂਤਾਂ ਦੇ ਵਸ ਪੈਣਾ, ਕੋਈ ਜ਼ਰੂਰੀ ਉਹਨਾਂ ਦੇ ਠੇਂਗੇ ਖਾਣੇ, ਡੰਡੇ ਖਾਣੇ ਨੇ? ਕਿਉਂ ਨਹੀਂ ਬਾਣੀ ਪੜ੍ਹ ਕੇ ਨਾਮ ਜਪ ਕੇ ਸਿੱਧੇ ਸਵਰਗ ਨੂੰ ਚਲੇ ਜਾਓ? ਅਤੇ ਜੇ ਕਿਤੇ ਨਾਮ ਦੀ ਅਵਸਥਾ ਹੋਰ ਉੱਚੀ ਹੋ ਜਾਏ ਤਾਂ ਸਵਰਗ ਵੀ ਕੋਈ ਚੀਜ਼ ਨਹੀਂ ਸਾਹਮਣੇ ਹੁੰਦੀ, ਬੰਦਾ ਸਿੱਧਾ ਹੀ ਸੱਚਖੰਡ ਨੂੰ ਜਾਂਦਾ, ਸਿੱਧਾ ਹੀ ਸੱਚਖੰਡ ਨੂੰ ਜਾਂਦਾ। ਇਸ ਲਈ ਭਾਈ ਨਾਮ ਜਪੋ, ਨਾਮ ਅਮੋਲਕ ਹੈ। ਜਿਸ ਤੱਕੜੀ ਦੇ ਵਿੱਚ ਰੱਖ ਕੇ ਨਾ ਇਹ ਨਾਮ ਤੋਲਿਆ ਜਾਂਦਾ ਹੈ, ਕਰਮ ਤੋਲੇ ਜਾਂਦੇ ਨਾ, ਉਹ ਵੀ ਅਮੋਲਕ। ਤੱਕੜੀ ਵੀ ਅਮੋਲਕ, ਪ੍ਰਵਾਨ ਜਿਸ ਵੱਟੇ ਨਾਲ ਤੋਲਿਆ ਜਾਂਦਾ ਉਹ ਵੀ ਅਮੋਲਕ। ਅਮੁੱਲ ਬਖਸ਼ੀਸ਼, ਖਿਆਲ ਰੱਖਣਾ ਫਾਰਸੀ ਦਾ ਸ਼ਬਦ ਹੈ ਨਾ, ਬਖਸ਼ੀਸ਼ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਬਿੰਦੀ, ਦੋਨਾਂ ਸੱਸਿਆਂ ਦੇ ਪੈਰ 'ਚ ਬਿੰਦੀ, ਬਖਸ਼ੀਸ਼। ਅਲਾ ਕਹੇ ਜੀ ਮੈਨੂੰ ਬਖਸ਼ ਦਿਓ, ਬਖਸ਼ ਦਿਓ ਨਹੀਂ, ਬਖਸ਼। ਕਈਆਂ ਦੇ ਨਾਮ ਦਾ ਗੁਰਬਖਸ਼ ਸਿੰਘ, ਉਹ ਵਿਰਲੇ ਟਾਬਰੇ ਲਿਖਣਾ ਹੁੰਦਾ ਨਾਮ, ਤੇ ਕਈ ਰੱਖ ਲੈਂਦੇ ਗੁਰਬਖਸ਼ ਸਿੰਘ। ਗੁਰਬਖਸ਼, ਗੱਗੇ ਨੂੰ ਔਂਕੜ ਰਾਰਾ, ਬੱਬੇ ਤੇ ਪੈਰ 'ਚ ਬਿੰਦੀ, ਖੱਖੇ ਦੇ ਪੈਰ 'ਚ ਬਿੰਦੀ, ਸੱਸੇ ਦੇ ਪੈਰ 'ਚ ਬਿੰਦੀ, ਗੁਰਬਖਸ਼, ਫਿਰ ਅੱਗੇ ਸਿੰਘ। ਇਸੇ ਤਰ੍ਹਾਂ ਇਹ ਬਖਸ਼ੀਸ਼ ਹੈ। ਬੱਬਾ ਖੱਖੇ ਦੇ ਪੈਰ 'ਚ ਬਿੰਦੀ, ਦੋਨਾਂ ਸੱਸਿਆਂ ਦੇ ਪੈਰ 'ਚ ਬਿੰਦੀ, ਬਖਸ਼ੀਸ਼। ਜਿਹਨੂੰ ਕਿਹੜਾ ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਜੀ। ਆਪਾਂ ਕਹਿੰਦੇ ਫਲਾਣੇ ਤੇ ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ। ਪਰਮਾਤਮਾ ਜਿਹੜੀ ਬਖਸ਼ੀਸ਼ ਹੈ ਨਾ, ਬਖਸ਼ਿਸ਼, ਉਹ ਵੀ ਅਮੋਲਕ, ਅਮੁੱਲ ਨਿਸ਼ਾਨ। ਅਤੇ ਉਸ ਬਖਸ਼ਿਸ਼ ਦਾ ਜਿਹੜਾ ਨਿਸ਼ਾਨ ਪੈ ਗਿਆ ਹੈ ਉਹ ਵੀ ਅਮੋਲਕ, ਉਹ ਵੀ ਅਮੋਲਕ। ਅਮੁੱਲ ਕਰਮ, ਅਮੁੱਲ ਫੁਰਮਾਨ।
ਕਰਮ ਵੀ ਬਖਸ਼ਿਸ਼ ਹੁੰਦੀ ਹੈ। ਕਰਮ ਫਜ਼ਲ ਨੂੰ ਵੀ ਕਹਿੰਦੇ ਨੇ ਬਖਸ਼ਿਸ਼। ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ, ਕਰਮ ਹੈ, ਉਹ ਵੀ ਅਮੋਲਕ। ਫਰਮਾਨ ਹੁਕਮ, ਪਰਮਾਤਮਾ ਜਿਹੜਾ ਹੁਕਮ ਹੈ ਉਹ ਵੀ ਅਮੋਲਕ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਅਮੁੱਲੋ ਅਮੁੱਲ, ਉਹਦਾ ਕੋਈ ਮੁੱਲ ਹੀ ਨਹੀਂ ਹੈ। ਉਹ ਇੰਨਾ ਅਮੋਲਕ ਹੈ ਕਿ ਉਹਦਾ ਮੁੱਲ ਆਖਿਆ ਹੀ ਨਹੀਂ ਜਾ ਸਕਦਾ। ਆਖ ਆਖ ਰਹੇ ਲਿਵ ਲਾਏ। ਬੜੇ ਉਹਦੇ ਮੁੱਲ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਰਹਿ ਗਏ, ਥੱਕ ਗਏ, ਮੁੱਕ ਗਏ, ਪਰ ਉਹਦੀ ਕੀਮਤ ਨਹੀਂ ਪਾ ਸਕੇ। ਆਖੈਂ ਵੇਦ ਪਾਠ ਪੁਰਾਣ। ਪਰਮਾਤਮਾ ਦੇ ਗੁਣਾਂ ਦਾ ਜਿਹੜਾ ਵਰਣਨ ਨਾ, ਜਿਹੜੇ ਵੇਦ ਅਤੇ ਪੁਰਾਣ ਦਾ ਪਾਠ ਕਰਦੇ ਨੇ ਪਾਠੀ, ਉਹ ਵੀ ਕਹਿੰਦਾ ਪਾਠ ਰਾਹੀਂ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਨੇ, ਕਿ ਉਹ ਵੇਦਾਂ ਪੁਰਾਣਾਂ 'ਚ ਪਰਮਾਤਮਾ ਦੇ ਗੁਣ ਵੀ ਵਰਣਨ ਕੀਤੇ ਹਨ। ਪਾਠ ਮਨੇ ਪਾਠੀ, ਜਿਹੜੇ ਵੇਦਾਂ ਅਤੇ ਪੁਰਾਣਾਂ ਦੇ ਪਾਠੀ ਹਨ, ਉਹ ਵੀ ਆਖੇ, ਉਹ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਹਨ। ਆਖੈ ਪੜ੍ਹੇ ਕਰੈ ਵਖਿਆਨ। ਜਿਹੜੇ ਪੜ੍ਹੇ ਲਿਖੇ ਲੋਕ ਹਨ, ਉਹ ਵੀ ਪਰਮਾਤਮਾ ਦੇ ਗੁਣਾਂ ਦਾ ਲੈਕਚਰ ਕਰਦੇ, ਵਿਖਿਆਨ ਕਰਦੇ। ਵਿਖਿਆਨ ਦਾ ਕੋਈ ਲੈਕਚਰ ਦੇਣਾ, ਭਾਵ ਗੁਣਾਂ ਦਾ ਵਰਣਨ ਕਰਨਾ। ਪੜ੍ਹੇ ਲਿਖੇ ਲੋਕ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਹਨ। ਆਖੈਂ ਬ੍ਰਹਮੇ। ਇਹ ਬਰਮੇ ਨਹੀਂ ਪੜ੍ਹਨਾ, ਉਹ ਬਰਮਾ ਨਹੀਂ ਸੀ, ਉਹ ਬ੍ਰਹਮਾ ਸੀ। ਬ੍ਰਹਮੇ ਇਹਨੂੰ ਪੜ੍ਹਨਾ ਬੱਬਾ ਰਾਰੇ ਤੇ ਟਿੱਪੀ ਪੈਰ 'ਚ ਹਾਹਾ ਮਮਿਲਾ ਬ੍ਰਹਮੇ। ਆਖੈਂ ਬ੍ਰਹਮੇ। ਆਖੈਂ ਇੰਦ। ਇੰਦ ਮੈਨੇ ਇੰਦਰ। ਬ੍ਰਹਮੇ ਬਰਮਾ ਵਰਗੇ ਅਤੇ ਇੰਦਰ ਵਰਗੇ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰ ਰਹੇ ਹਨ, ਉਹ ਵੀ ਗੁਣ ਗਾ ਰਹੇ ਹਨ। ਆਖੈਂ ਗੋਪੀ। ਗੋਪੀ ਇੱਕ ਵਚਨ ਹੈ। ਹੁਣ ਆਖੇ, ਆਖੇ ਬਹੁਵਚਨ ਹੈ। ਕਹਿੰਦੇ ਹਨ, ਆਖਦੇ ਹਨ। ਗੋਪੀ ਗੋਪੀਆਂ। ਤੈ ਅਤੇ ਗੋਬਿੰਦ ਕ੍ਰਿਸ਼ਨ ਮਹਾਰਾਜ ਵਰਗੇ। ਕ੍ਰਿਸ਼ਨ ਮਹਾਰਾਜ ਵਰਗੇ ਅਤੇ ਗੋਪੀਆਂ ਜਿਹੜੀਆਂ ਨੇ, ਉਹ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੀਆਂ ਹਨ। ਆਖੈਂ ਈਸ਼ਰ। ਆਖੈਂ ਸਿੱਧ। ਈਸ਼ਰ ਸ਼ਿਵ ਜੀ ਨੂੰ ਕਹਿੰਦੇ ਨੇ। ਸ਼ਿਵ ਜੀ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰ ਰਹੇ। ਜਿਹੜੇ ਸਿੱਧ ਪੁਰਸ਼ ਨੇ, ਜਿਹਨਾਂ ਨੂੰ ਕੋਈ ਨਾ ਕੋਈ ਸਿੱਧੀ ਪ੍ਰਾਪਤ ਹੋਈ, ਉਹਨੂੰ ਕਹਿੰਦੇ ਸਿੱਧ ਪੁਰਸ਼। ਜਿਹੜੇ ਸਿੱਧ ਪੁਰਸ਼ ਨੇ, ਉਹ ਵੀ ਪਰਮਾਤਮਾ ਦੇ ਗੁਣਗਾਰ ਨੇ। ਆਖੈਂ ਕੇਤੇ ਕੀਤੇ ਬੁੱਧ। ਬੁੱਧ ਹੁੰਦਾ ਗਿਆਨਵਾਨ ਲੋਕ। ਜਦੋਂ ਸਿਧਾਰਥ, ਮਹਾਤਮਾ ਬੁੱਧ ਦਾ ਨਾਮ ਸੀ ਸਿਧਾਰਥ, ਪਰ ਉਹ ਬਣ ਗਏ ਮਹਾਤਮਾ ਸਾਧੂ। ਜਦੋਂ ਉਹਨਾਂ ਨੂੰ ਗਿਆਨ ਹੋਇਆ, ਉਹ ਬਣ ਗਏ ਬੁੱਧ, ਅਤੇ ਉਹਨਾਂ ਦਾ ਨਾਮ ਹੋ ਗਿਆ ਮਹਾਤਮਾ ਬੁੱਧ। ਅਸਲ ਨਾਮ ਤਾਂ ਸਿਧਾਰਥ ਸੀ। ਉਹ ਤਾਂ ਰਾਜੇ ਦਾ ਪੁੱਤਰ ਸੀ, ਰਾਜਕੁਮਾਰ ਸੀ, ਪਰ ਸਾਧੂ ਬਣ ਗਏ, ਇਸ ਲਈ ਉਹਨੂੰ ਲੋਕ ਕਹਿਣਗੇ ਮਹਾਤਮਾ। ਆਓ ਜੀ ਮਹਾਤਮਾ ਜੀ, ਆਪਾਂ ਸਾਧੂ ਨੂੰ ਕਹਿੰਦੇ। ਜਦੋਂ ਉਹਨੂੰ ਗਿਆਨ ਹੋ ਗਿਆ, ਫਿਰ ਹੋ ਗਿਆ ਬੁੱਧ, ਮਹਾਤਮਾ ਬੁੱਧ। ਉਹ ਮਹਾਤਮਾ ਜਿਹਨੂੰ ਗਿਆਨ ਹੋ ਗਿਆ ਹੋਵੇ, ਇਸ ਲਈ ਕਹਿੰਦੇ। ਆਖੈਂ ਈਸ਼ਰ। ਆਖੈਂ ਸਿੱਧ। ਸ਼ਿਵ ਜੀ ਮਹਾਰਾਜ ਵੀ ਉਹਦੇ ਗੁਣਾਂ ਦਾ ਵਰਣਨ ਕਰ ਰਿਹਾ, ਅਤੇ ਵੱਡੇ ਵੱਡੇ ਸਿੱਧ ਪੁਰਸ਼ ਨੇ, ਉਹ ਵੀ ਗੁਣਾਂ ਦਾ ਵਰਣਨ ਕਰ ਰਹੇ ਨੇ, ਕਿ ਵੱਡੇ ਵੱਡੇ ਕਿੰਨੇ ਹੀ ਵਿਦਵਾਨ ਲੋਕ, ਬੁੱਧ ਜਿਹੜੇ ਗਿਆਨਵਾਨ ਨੇ, ਉਹ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰ ਰਹੇ ਨੇ। ਆਖੈਂ ਦਾਨਵ। ਆਖੈਂ ਦੇਵ।
ਇੱਕ ਹੁੰਦਾ ਦੇਵਤੇ, ਦੂਜਾ ਹੁੰਦਾ ਦੈਂਤ। ਦਾਨਵ ਮੈਨੇ ਦੈਂਤ, ਰਾਖਸ਼ ਜਿਹਨੂੰ ਆਪਾਂ ਕਹਿੰਦੇ। ਜਿਹੜੇ ਰਾਖਸ਼ ਨੇ ਉਹ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਨੇ, ਕਿਉਂਕਿ ਜਿਹੜਾ ਹੈ ਇਤਿਹਾਸ ਅਨੁਸਾਰ ਜਿਹੜਾ ਰਾਵਣ ਸੀ ਇਹਨੂੰ ਇਹ ਦੇਵਤਾ ਨਹੀਂ ਸੀ, ਇਹਨੂੰ ਰਾਖਸ਼ ਕਹਿੰਦੇ ਸੀ। ਪਰ ਇੰਨੀ ਭਜਨ ਬੰਦਗੀ ਕੀਤੀ ਕਿ ਇਹਨੇ ਦੇਵਤਿਆਂ ਨੂੰ ਖੁਸ਼ ਕਰ ਲਿਆ ਅਤੇ ਜੁਣਤ ਵਰ ਲੈ ਲਏ। ਪੁਰਾਣੇ ਜ਼ਮਾਨੇ ਸਾਰੇ ਹੀ ਭਗਤੀ ਕਰਦੇ ਸਨ। ਇਹ ਤਾਂ ਜਦੋਂ ਆਪਣਾ ਜਿਹੜਾ ਵਿਰੋਧੀ ਹੁੰਦਾ ਉਹਨੂੰ ਨਿੰਦਣ ਲਈ ਕਹਿੰਦੇ ਰਾਖਸ਼ ਹੈ ਜੀ, ਅਸੀਂ ਦੇਵਤੇ ਹਾਂ, ਉਹ ਰਾਖਸ਼ ਹੈ। ਨਿੰਦਣਾ ਜਦੋਂ ਹੋਵੇ ਤਾਂ ਫਿਰ ਉਹਦੇ ਲਈ ਘਟੀਆ ਸ਼ਬਦ ਵਰਤੇ ਜਾਂਦੇ ਹਨ। ਹਾਲਾਂਕਿ ਰਾਵਣ ਕਿੰਨਾ ਕੁਆਲੀਫਾਈਡ ਸੀ, ਚਾਰੇ ਵੇਦਾਂ ਦਾ ਗਿਆਤਾ ਸੀ, ਉਹ ਬ੍ਰਾਹਮਣ ਸੀ। ਰਾਵਣ ਬ੍ਰਾਹਮਣ ਸੀ, ਚਾਰੇ ਵੇਦਾਂ ਦਾ ਗਿਆਤਾ ਸੀ, ਬੜੇ ਉੱਚੇ ਆਚਰਣ ਵਾਲਾ ਸੀ। ਅੱਜ ਦਾ ਬੰਦਾ ਆਂਦਾ ਤਾਂ ਬਲਾਤਕਾਰ ਕਰ ਲੈਂਦਾ ਸੀਤਾ ਨਾਲ, ਉਹ ਰਾਵਣ ਹੀ ਸੀ। ਹਾਲਾਂਕਿ ਚੱਕ ਕੇ ਲੈ ਗਿਆ ਸੀ, ਕਿਉਂਕਿ ਉਹਦੀ ਭੈਣ ਦਾ ਨੱਕ ਵੜਤਾ। ਲਛਮਣ ਨੇ ਰਾਵਣ ਦੀ ਭੈਣ ਦਾ ਨੱਕ ਵੜਤਾ, ਅਤੇ ਰਾਵਣ ਸੀ ਰਾਜਾ। ਕੋਈ ਰਾਜੇ ਦੀ ਭੈਣ ਦਾ ਨੱਕ ਵੜ ਦੇ ਫਿਰ ਰਾਜਾ ਛੱਡੂ? ਪਰ ਇਸ ਦੇ ਬਾਵਜੂਦ ਵੀ ਉਸ ਨੇ ਸੀਤਾ ਮਾਤਾ ਨਾਲ ਕੋਈ ਬੁਰਾ ਵਿਹਾਰ ਨਹੀਂ ਕੀਤਾ, ਉਹਦੇ ਨਾਲ ਕੋਈ ਇਸ ਲਈ ਲੋਕ ਤਾਂ ਬੜੇ ਵਧੀਆ ਸਨ ਉਸ ਵੇਲੇ। ਪਰ ਜਿਵੇਂ ਸੀਤਾ ਤੋਂ ਗਲਤੀ ਹੋ ਗਈ ਸੀ ਨਾ ਕਿ ਉਹਨੇ ਲਛਮਣ ਦੀ ਗੱਲ ਨਹੀਂ ਮੰਨੀ। ਲਛਮਣ ਨੇ ਕਿਹਾ ਸੀ ਮਾਤਾ ਜੀ ਇਸ ਰੇਖਾ ਤੋਂ ਤੁਸੀਂ ਬਾਹਰ ਨਹੀਂ ਜਾਣਾ, ਤੁਹਾਡਾ ਕੋਈ ਵਿਗਾੜ ਨਹੀਂ ਸਕਦਾ। ਅਤੇ ਸੀਤਾ ਭਿੱਖਿਆ ਪਾਉਣ ਲਈ ਬਾਹਰ ਆ ਗਈ, ਚੱਕ ਕੇ ਲੈ ਗਏ। ਸੋ ਇਸ ਲਈ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਜਿਸ ਕਰਕੇ ਮਨੁੱਖ ਉਹ ਸੀਤਾ ਨੇ ਆਪਣੀ ਗਲਤੀ ਕਾਰਨ ਦੁੱਖ ਭੋਗਿਆ, ਅਤੇ ਰਾਵਣ ਨੇ ਬਈ ਬਜਾਏ ਲਛਮਣ ਨੂੰ ਕੁਛ ਕਹਿਣ ਦੇ ਉਹ ਸੀਤਾ ਨੂੰ ਚੱਕੇ ਲੈ ਕੇ ਉਹਨੇ ਇਹ ਗਲਤੀ ਕੀਤੀ। ਅਸਲ ਜਿਸ ਦਾ ਕਸੂਰ ਹੋਵੇ ਉਸੇ ਨੂੰ ਸਜ਼ਾ ਦੇਣੀ ਚਾਹੀਦੀ ਹੈ, ਧਰਮ 'ਤੇ ਹੀ ਕਹਿੰਦਾ। ਪਰ ਨਹੀਂ, ਇੱਥੇ ਤਾਂ ਪਤਾ ਨਹੀਂ ਕਿਹਨੂੰ ਸਜ਼ਾ ਦਿੱਤੀ ਹੈ, ਕਸੂਰ ਹੈ ਨਹੀਂ ਹੈ। ਤੁਸੀਂ ਸਰਕਾਰ ਦੇ ਵਿਰੁੱਧ ਬੋਲੇ ਨੇ, ਤੁਹਾਨੂੰ ਚੱਕ ਕੇ ਨਾ ਅੰਦਰ ਨਹੀਂ ਕੀਤਾ, ਕਸੂਰ ਹੈ ਜਾਂ ਨਹੀਂ ਹੈ। ਹੁਣ ਕਹਿੰਦਾ ਹਾਂ ਸਾਡੇ ਵਿਰੁੱਧ ਬੋਲਣਾ ਵੀ ਨਹੀਂ, ਅਸੀਂ ਤੁਹਾਨੂੰ ਕੁੱਟੀਏ ਮਾਰੀਏ, ਤੁਸੀਂ ਕੁਛ ਨਹੀਂ ਕਹਿਣਾ, ਸਾਡੀ ਕੁੱਟ ਚੁੱਪ ਕਰਕੇ ਖਾਈਏ ਨੇ। ਜੇ ਤੁਸੀਂ ਕਿਹਾ ਅਸੀਂ ਚੱਕ ਕੇ ਅੰਦਰ ਕਰ ਦਾਂਗੇ। 90 ਵਿਦਵਾਨਾਂ ਨੂੰ ਫੜ ਕੇ ਅੰਦਰ ਕੀਤਾ ਹੋਇਆ ਹੈ, ਸਿਰਫ ਉਹਨੇ ਇਹੀ ਕਿਹਾ ਸੀ ਕਿ ਤੁਹਾਡੀ ਸਰਕਾਰ ਠੀਕ ਨਹੀਂ। ਕਹਿੰਦੇ ਅੱਛਾ ਇਹ ਕੌਣ? ਚੱਕ ਕੇ ਅੰਦਰ ਕਰ ਦੋ। ਕਹਿੰਦੇ ਦੇਸ਼ ਧਰੋਹੀ ਨੇ, ਛੋਟਾ ਮੋਟਾ ਵੀ ਨਹੀਂ। ਸੋ ਇਸ ਲਈ ਕਹਿੰਦੇ ਦਾਨਵ ਜਿਹਨੂੰ ਅਸੀਂ ਦੈਂਤ ਕਹਿੰਦੇ ਹਾਂ, ਉਹ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰ ਰਹੇ। ਆਖਾਂ ਦੇਵਤੇ ਵੀ ਗੁਣਾਂ ਦਾ ਵਰਣਨ ਕਰ ਰਹੇ। ਆਖਾਂ ਸੁਰ ਨਰ ਮੁਨ ਜਨ ਸੇਵ, ਸੁਰ ਦੇਵਤੇ, ਰਾਜਨ ਸਾਰੇ ਦੇਵਤਿਆਂ ਵਰਗੇ ਨਰ, ਦੇਵਤਿਆਂ ਵਰਗੇ ਮਨੁੱਖ, ਭਾਵ ਭਲੇ ਮਨੁੱਖ ਜਿਹੜੇ ਚੰਗੇ ਲੋਕ ਨੇ ਉਹ ਵੀ ਸਿਫਤ ਸਲਾਹ ਕਰ ਰਹੇ। ਮੁਨ ਜਨ ਜਿਹਨੂੰ ਆਪਾਂ ਰਿਸ਼ੀ ਮੁਨੀ ਕਹਿੰਦੇ ਹਾਂ, ਰਿਸ਼ੀ ਮੁਨੀ ਸੇਵ ਅਤੇ ਉਹਨਾਂ ਦੇ ਅੱਗੇ ਸੇਵਕ, ਉਹ ਵੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਨੇ। ਕੇਤੇ ਆਖੇ ਆਖਣ ਪਾਹੇ, ਕਿੰਨੇ ਹੀ ਨੇ ਜਿਹੜੇ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਨੇ, ਕਿੰਨੇ ਹੀ ਨੇ ਜਿਹੜੇ ਗੁਣਾਂ ਦਾ ਬਾਰੇ ਆਖ ਰਹੇ ਹਨ। ਕੇਤੇ ਕਹਿ ਉੱਠ ਜਾਏ, ਕਿੰਨੇ ਹੀ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਕੇ ਇਸ ਸੰਸਾਰ ਤੋਂ ਚਲੇ ਗਏ। ਉੱਠ ਕੇ ਸੰਸਾਰ ਤੋਂ ਚਲੇ ਗਏ। ਏਤੇ ਕੀਤੇ ਹੋਰ ਕਰੇ, ਇੰਨੇ ਪਰਮਾਤਮਾ ਨੇ ਜੀਅ ਪੈਦਾ ਕੀਤੇ ਨੇ, ਜੇ ਇੰਨੇ ਹੋਰ ਵੀ ਕਰ ਦੇਵੇ ਨਾ ਤਾਂ ਆਖ ਨਾ ਸਕੇ ਕਈ ਕੇ ਵਿਰਲੇ ਟਾਵੇਂ ਵੀ, ਤਾਂ ਉਹਨਾਂ 'ਚ ਵਿਰਲੇ ਟਾਵੇਂ ਵੀ ਪਰਮਾਤਮਾ ਦੇ ਸਾਰੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ। ਜੇ ਵੱਡ ਭਾਵੈ ਤੇ ਵੱਡ ਹੋਏ, ਜਿੱਡਾ ਪਰਮਾਤਮਾ ਵੱਡਾ ਹੋਣਾ ਚਾਹੁੰਦਾ ਓਨਾ ਵੱਡਾ ਹੋ ਜਾਂਦਾ। ਜੇ ਵੱਡ ਜਿੰਨਾ ਵੱਡਾ ਤੇ ਵੱਡ ਉਤਨਾ ਵੱਡਾ, ਜਿੰਨਾ ਵੱਡਾ ਪਰਮਾਤਮਾ ਹੋਣਾ ਚਾਹੇ ਤੇ ਵੱਡ ਹੋਏ ਓਨਾ ਵੱਡਾ ਹੋ ਜਾਂਦਾ। ਨਾਨਕ ਜਾਣੈ ਸਾਚਾ ਸੋਏ, ਉਹ ਕਿੱਡਾ ਵੱਡਾ ਹੈ ਇਹ ਸਿਰਫ ਪਰਮਾਤਮਾ ਹੀ ਜਾਣਦਾ। ਸੱਚ ਹੈ,
ਸਦਾ ਰਹਿਣ ਵਾਲਾ ਪਰਮਾਤਮਾ। ਇਹ ਪਰਮਾਤਮਾ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ। ਜੇ ਕੋ ਆਖੈ ਬੋਲ ਵਿਗਾੜ, ਬੋਲ ਵਿਗਾੜਦਾ ਬੜਬੋਲਾ ਬੰਦਾ, ਫਜ਼ੂਲ ਦਾ ਬੋਲੀ ਜਾਣਾ, ਕੁਝ ਬੋਲੀ ਜਾਣਾ। ਤਾਂ ਹੀ ਕਹਿੰਦੇ ਸਾਈਲੈਂਸ ਇਜ਼ ਗੋਲਡ, ਚੁੱਪ ਰਹਿਣਾ ਸੋਨੇ ਦੀ ਤਰ੍ਹਾਂ ਹੈ। ਧਿਆਨ ਨਾਲ ਬੋਲਣਾ ਚਾਂਦੀ ਦੀ ਤਰ੍ਹਾਂ, ਬਿਨਾਂ ਧਿਆਨ ਬੋਲਣਾ ਫਿਰ ਕੂੜ ਕਬਾੜਾ, ਹੋਰ ਕੀ। ਧਿਆਨ ਨਾਲ ਬੋਲਣਾ, ਕੋਸ਼ਿਸ਼ ਕਰਨੀ ਹੈ ਬਹੁਤ ਘੱਟ ਬੋਲਣਾ, ਕਿਉਂਕਿ ਸਾਡੇ ਬੋਲਣ ਨਾਲ ਹੀ ਕਈ ਵਾਰੀ ਲੜਾਈ ਝਗੜੇ ਹੁੰਦੇ ਨੇ। ਸੱਸ ਨੇ ਕੁਛ ਕਹਿਤਾ, ਗੁਰੂ ਨੇ ਕੁਛ ਕਹਿਤਾ, ਚੱਲ ਸੋ ਚੱਲ, ਚੱਲ ਸੋ ਚੱਲ। ਹੁਣ ਜੇ ਇੱਕ ਚੁੱਪ ਕਰੇ ਤਾਂ ਹੀ ਕੋਈ ਗੱਲ ਬਣੂਗੀ, ਇੱਕ ਚੁੱਪ ਕਰੇ ਤਾਂ ਹੀ ਕੋਈ ਗੱਲ ਬਣੇ। ਜਿਵੇਂ ਸੱਸ ਸੀ, ਕਿਸੇ ਸਾਧੂ ਕੋਲੇ ਚਲੇ ਗਏ ਵੀ ਮੇਰੀ ਨੂੰਹ ਬੜਾ ਲੜਦੀ ਹੈ, ਬਹੁਤ ਬੜਾ। ਕਹਿੰਦੇ ਕੋਈ ਨਹੀਂ ਜੀ, ਹਟ ਜਾਏਗੀ, ਹਟ ਜਾਏਗੀ। ਉਹਨਾਂ ਨੇ ਇੱਕ ਲੱਕੜੀ ਦਾ ਟੁਕੜਾ ਦੇਤਾ, ਕੋਈ ਉਂਝ ਮੂੰਹ ਨਾਲ ਮੰਤਰ ਜਿਹਾ ਪੜ੍ਹਦੇ, ਕਹਿ ਲਓ ਜੀ, ਕਹਿ ਤਵੀਤ ਦੇ ਤੁਹਾਨੂੰ। ਜਦੋਂ ਤੁਹਾਡੀ ਨੂੰਹ ਲੜਨ ਲੱਗੇ, ਜਾਂ ਮੰਨ ਲਓ ਨੂੰਹ ਨੂੰ ਦੇਤਾ ਵੀ ਜਦੋਂ ਤੇਰੀ ਸੱਸ ਲੜਨ ਲੱਗੇ ਇਹਨੂੰ ਦੰਦਾਂ 'ਚ ਲੈ ਲਈ, ਜਿੰਨਾ ਜ਼ਿਆਦਾ ਉੱਚੀ ਤੈਨੂੰ ਗਾਲਾਂ ਕੱਢੇ ਉਹਨਾਂ ਇਹਨੂੰ ਚੱਬੀ ਜਾਈ ਦੰਦਾਂ ਨਾਲ। ਉਹ ਜਿਹੜਾ ਹੈ ਜੋ ਸੱਸ ਲੜਨ ਲੱਗੇ ਉਹ ਲੱਕੜੀ ਦੰਦਾਂ 'ਚ ਲੈ ਲੈ, ਹੁਣ ਬੋਲ ਨਹੀਂ ਹੁੰਦਾ। ਇੱਕ ਦਿਨ, 2 ਦਿਨ, 4 ਦਿਨ, ਮਹੀਨਾ ਲੋਕਾਂ ਵੇਖਿਆ ਆ ਕੇ ਬੁੜੀ ਕਹਿੰਦੇ ਬੁੜੀਏ ਤੇਰੀ ਨੂੰਹ ਕਿੰਨੀ ਚੰਗੀ ਹੈ, ਉਹ ਤਾਂ ਕੋਈ ਬੋਲਦੀ ਨਹੀਂ, ਤੂੰ ਐਵੇਂ ਬੋਲੀ ਜਾਨੀ ਹੈ। ਅਤੇ ਹੌਲੀ ਫਿਰ ਉਹ ਵੀ ਬੋਲਣੋਂ ਹਟ ਗਈ। ਹੁਣ ਇੱਕ ਚੁੱਪ ਰਹੇਗਾ ਤਾਂ ਹੀ ਹੈ। ਤੂੰ ਵੀ ਰਾਣੀ ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ। ਸਤਵੀਂ ਪੜ੍ਹਦਾ ਸੀ, ਆਇਆ ਆਈ ਸਟਾਊਟ thou stout, who will carry the dirt out। ਸਟਾਊਟ ਦਾ ਮੀਨਿੰਗ ਨਾਲ ਬਾਕੀ ਸਾਰੇ ਆਉਣ, ਮੈਂ ਟੀਚਰ ਕੋਲ ਚਲਿਆ ਜਾ, ਮੈਂ ਯਾਰ ਸਟਾਊਟ ਕੀ ਹੁੰਦਾ। ਕਹਿੰਦਾ ਮੈਂ ਤੈਨੂੰ ਪੰਜਾਬੀ 'ਚ ਇਹਦੇ ਕਹਾਵਤ ਦਾ ਅਰਥ ਦੱਸਦਾ, ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ। ਸੋ ਇੱਕ ਤਾਂ ਸੇਵਾਦਾਰ ਚਾਹੀਦੇ ਨਾ, ਜੇ ਦੋਨੋਂ ਹੀ ਰਾਣੀ ਹੈ ਫਿਰ ਗੱਲ ਖਤਮ ਹੋ ਗਈ। ਜਿਵੇਂ ਸ਼ਿਵ ਜੀ ਮਹਾਰਾਜ ਅਤੇ ਪਾਰਵਤੀ ਕਾਸ਼ 'ਚ ਜਾ ਰਹੇ ਨੇ, ਇੱਕ ਬੜਾ ਗਰੀਬ ਬੜਾ ਜਿਹਾ ਬੰਦਾ ਦੇਖਿਆ। ਬੀਬੀ ਆਮ ਤੌਰ 'ਤੇ ਤਰਸ ਵਾਲੀ ਹੁੰਦੀਆਂ ਨੇ, ਕਹਿੰਦੀ ਵੀ ਉਹਨੂੰ ਕਹਿੰਦੀ ਆਪ ਸ਼ਿਵ ਜੀ ਮਹਾਰਾਜ ਨੂੰ ਵੀ ਮਹਾਰਾਜ ਜੀ, ਸੁਆਮੀ ਜੀ, ਆਹ ਦੇਖੋ ਕਿੰਨਾ ਗਰੀਬ ਹੈ, ਤੁਸੀਂ ਇਹਦੀ ਗਰੀਬੀ ਦੂਰ ਕਰ ਦਿਓ। ਕਿਉਂ ਤੁਸੀਂ ਗਰੀਬ ਬਣਾਏ ਨੇ, ਸਾਰੇ ਅਮੀਰ ਬਣਾ ਦਿਓ। ਕਹਿੰਦੇ ਪਾਰਵਤੀ, ਜਿਹੜਾ ਤੇਰਾ ਨੌਕਰ ਹੈ ਨਾ, ਜੇ ਮੈਂ ਸਾਰਿਆਂ ਨੂੰ ਅਮੀਰ ਕਰਦਾ ਸਭ ਤੋਂ ਪਹਿਲਾਂ ਉਹ ਛੱਡ ਕੇ ਜਾਊਗਾ। ਜੋ ਅਮੀਰ ਹੋ ਜਾਏਗਾ ਉਹਨੇ ਕੋਈ ਨੌਕਰੀ ਕਰਨੀ ਹੈ। ਉਹ ਗਰੀਬ ਹੈ ਤਾਂ ਹੀ ਤੇਰੀ ਨੌਕਰੀ ਕਰਦਾ ਨਾ, ਜੇ ਅਮੀਰ ਹੋ ਗਿਆ ਤੇਰੀ ਨੌਕਰੀ ਛੱਡ ਕੇ ਚਲੇ ਜਾ। ਬੋਲ ਕਰਦਾ ਅਮੀਰ ਸਾਰਿਆਂ ਨੂੰ, ਕਰਨਾ ਜੀ ਰਹਿਣ ਦਿਓ, ਕੰਮ ਕੌਣ ਕਰੇਗਾ। ਇਸ ਲਈ ਇਹ ਦਾਤੇ ਦੇ ਰੰਗ ਨੇ। ਜੇ ਵੱਡ ਪਾਵੈ ਤੇ ਵੱਡ ਹੋਏ, ਜਿੰਨਾ ਵੱਡਾ ਚਾਹੁੰਦਾ ਵੱਡਾ ਵੱਡਾ ਹੋ ਜਾਂਦਾ। ਨਾਨਕ ਜਾਣੈ ਸਾਚਾ ਸੋਏ, ਪਰਮਾਤਮਾ ਆਪ ਹੀ ਜਾਣਦੇ ਕੋਈ ਕਿੱਡਾ ਵੱਡਾ ਹੈ। ਜੇ ਕੋ ਆਖੈ ਬੋਲ ਵਿਗਾੜ, ਜੇ ਕੋਈ ਬੜਬੋਲਾ, ਜਿਹਨੂੰ ਬੋਲਣ ਦਾ ਚੱਜ ਨਾ ਹੋਵੇ, ਜਿਹਨੂੰ ਚੱਜ ਨਾ ਉਹਨੂੰ ਆਪਾਂ ਕੀ ਕਹਿੰਦੇ, ਕੁਚੱਜਾ। ਜਿਹਨੂੰ ਬੋਲਣ ਦਾ ਚੱਜ ਨਹੀਂ, ਜਿਹੜਾ ਬੜਬੋਲਾ ਹੈ, ਜੋ ਪਰਮਾਤਮਾ ਬਾਰੇ ਕੁਛ ਕਹਿੰਦਾ ਵੀ ਹੈ ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਤਾਂ ਉਸ ਨੂੰ ਮੂਰਖਾਂ ਦਾ ਮੂਰਖ ਕਿਹਾ ਜਾਂਦਾ, ਉਹਨੂੰ ਸਭ ਤੋਂ ਵੱਡਾ ਮੂਰਖ ਕਿਹਾ ਜਾਂਦਾ। ਕਿਉਂਕਿ ਅਸੀਂ ਪਰਮਾਤਮਾ ਦੀ ਵਡਿਆਈ ਬਾਰੇ ਤਾਂ ਕਹਿ ਹੀ ਨਹੀਂ ਕੋਈ ਸਕਦੇ। ਅਸੀਂ ਉਹਦੀ ਵਡਿਆਈ ਕਰ ਸਕਦੇ ਹਾਂ, ਪਰ ਇਹ ਨਹੀਂ ਦੱਸ ਸਕਦੇ ਕੋਈ ਕਿੰਨਾ ਵੱਡਾ ਹੈ। ਅਗਲੀ ਪੌੜੀ ਹੈ, ਆਮ ਥਾਵਾਂ 'ਤੇ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਸੱਚਖੰਡ ਗਏ, ਫਿਰ ਉਹਨਾਂ ਨੇ ਉੱਥੇ ਜੋ ਕੁਛ ਵੇਖਿਆ ਉਹ ਇਸ ਪੌੜੀ 'ਚ ਵਰਣਨ ਕੀਤਾ ਹੋਇਆ। ਸੋ ਦਰ ਕੇਹਾ ਸੋ ਕਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਲੱਲੇ ਨੂੰ ਲਾਂ ਨਾਲ ਬਿੰਦੀ ਲਾ ਕੇ ਬੋਲਣਾ, ਕਿਉਂਕਿ ਸਿੱਧੀ ਪਰਮਾਤਮਾ ਨਾਲ ਗੱਲਬਾਤ ਗੁਰੂ ਨਾਨਕ ਦੇਵ ਦੀ ਹੋ ਰਹੀ ਹੈ। ਇੱਥੇ ਗੁਰੂ ਨਾਨਕ ਦੇਵ ਦੀ ਗੱਲਬਾਤ ਸਿੱਧੀ ਹੋ ਰਹੀ ਹੈ, ਇਸ ਲਈ ਬਿੰਦੀ ਲਾ ਕੇ ਬੋਲਣਾ।
ਸੰਭਾਲੇ ਹੁੰਦਾ ਸੰਭਾਲ ਕਰਦਾ ਹੈ, ਸੰਭਾਲੇ ਤੂੰ ਸੰਭਾਲ ਕਰਦਾ ਹੈ। ਜਿਵੇਂ ਹਿੰਦੀ ਕਹਿੰਦੇ ਵਹਿ ਜਾਤਾ ਹੈ, ਵਹਿ ਇੱਕ ਵਚਨ ਹੁੰਦਾ ਹਿੰਦੀ 'ਚ, ਵਹਿ ਜਾਤਾ ਹੈ। ਵੇ, ਵੈ ਦਾ ਬਹੁਵਚਨ ਹੈ, ਵੇ ਵਾਵੇਲਾ ਵੇ ਹਿੰਦੀ 'ਚ, ਵੇ ਜਾਤੇ ਹੈ। ਜੇ ਆਪਾਂ ਕਹਿੰਦੇ ਤੂੰ ਜਾਂਦਾ ਹੈ, ਨਾ ਉਹ ਜਾਂਦਾ ਹੈ, ਤੂੰ ਜਾਂਦਾ ਹੈ, ਕਿਉਂਕਿ ਸਿੱਧੀ ਗੱਲ ਹੋ ਰਹੀ ਹੈ। ਜਿਹੜਾ ਸਾਹਮਣੇ ਬੰਦਾ ਹੈ, ਜਦੋਂ ਉਹਦੇ ਨਾਲ ਸਿੱਧੀ ਗੱਲ ਹੋ ਰਹੀ ਤਾਂ ਹੀ ਤੂੰ ਸ਼ਬਦ ਵਰਤਿਆ ਜਾਂਦਾ, ਤੂੰ ਜਾਂ ਤੁਸੀਂ। ਇੱਥੇ ਗੁਰੂ ਨਾਨਕ ਦੇਵ ਜੀ ਹੁਣ ਸਿੱਧੀ ਹੀ ਗੱਲਬਾਤ ਪਰਮਾਤਮਾ ਨਾਲ ਹੋ ਰਹੀ ਹੈ, ਅਤੇ ਉਹ ਪਰਮਾਤਮਾ ਨੂੰ ਕਹਿ ਰਹੇ ਨੇ ਸੋ ਦਰ ਕਿਹਾ ਸੋ ਕਰ ਕਿਹਾ। ਆਹਾ, ਹੇ ਪਰਮਾਤਮਾ ਤੇਰਾ ਦਰ ਕਿੰਨਾ ਸੋਹਣਾ, ਤੇਰਾ ਘਰ ਕਿੰਨਾ ਸੋਹਣਾ, ਜਿਤ ਬਹਿ ਸਰਬ ਸੰਭਾਲੇ, ਜਿਸ ਘਰ ਦੇ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਨ ਹਾਰੇ। ਉੱਥੇ ਕਿੰਨੇ ਹੀ ਵਾਜੇ ਨੇ, ਕਿੰਨੇ ਹੀ ਉਹਨਾਂ ਦੇ ਵਿੱਚ ਧੁਨੀਆਂ ਉੱਠਦੀਆਂ ਨੇ, ਕਿਉਂਕਿ ਜਿਵੇਂ ਆਰਕੈਸਟਰਾ ਹੁੰਦਾ ਉਹ 'ਚ ਕਿੰਨੇ ਹੀ ਸਾਜ਼ ਹੁੰਦੇ ਨੇ, ਉਹ 'ਚੋਂ ਅੱਡ ਅੱਡ ਧੁਨੀਆਂ ਨਿਕਲਦੀਆਂ ਨੇ। ਇਸ ਤਰ੍ਹਾਂ ਜਿਹੜਾ ਆਪਾਂ ਨੂੰ ਜਦੋਂ ਤੁਹਾਡੇ 'ਚੋਂ ਕਿਸੇ ਦੀ ਉੱਚੀ ਅਵਸਥਾ ਹੋ ਜਾਵੇਗੀ, ਉਹਨੂੰ ਫਿਰ ਅੰਦਰੋਂ ਅਨਹਦ ਨਾਦ ਸੁਣੇਗਾ, ਉਹਨੂੰ ਅੰਦਰੋਂ ਆਪਣੇ ਆਪ ਵੱਜਦਾ ਹੋਇਆ ਸੰਗੀਤ ਸੁਣੇਗਾ, ਜਿਸ ਦੇ ਵਿੱਚ ਕਈ ਪ੍ਰਕਾਰ ਦੀਆਂ ਆਵਾਜ਼ਾਂ ਹੋਣਗੀਆਂ। ਜਿਵੇਂ ਵਾਜੇ ਦੀ ਆਵਾਜ਼ ਹੋਏਗੀ, ਢੋਲਕੀ ਦੀ ਵੀ ਹੋਏਗੀ, ਛੈਣਿਆਂ ਦੀ ਵੀ ਹੋਏਗੀ, ਤੂਤੜੀਆਂ ਦੀ ਵੀ ਹੋਏਗੀ, ਸੰਖ ਦੀ ਵੀ ਹੋਏਗੀ। ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਆਵਾਜ਼ਾਂ, ਉਹਨੂੰ ਕਹਿੰਦੇ ਧੁਨੀ, ਉਹ ਧੁਨੀਆਂ ਨੇ, ਉਹ ਆਵਾਜ਼ਾਂ ਨੇ ਉਸ ਦੇ ਵਿੱਚ ਨਿਕਲੀਆਂ ਹਨ। ਉਹਨੂੰ ਕਹਿੰਦੇ ਨਾਦ। ਨਾਦ ਜਦੋਂ ਆਪਾਂ ਕੋਈ ਚੀਜ਼ ਵਜਾਉਂਦੇ ਹਾਂ, ਉਸ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ, ਜਿਹੜੀ ਧੁਨੀ ਨਿਕਲਦੀ, ਉਹਨੂੰ ਨਾਦ ਕਹਿੰਦੇ। ਕਿੰਨੇ ਹੀ ਵਾਜੇ ਨੇ, ਕਿੰਨੇ ਹੀ ਉੱਥੇ ਧੁਨੀਆਂ ਨੇ, ਜਿਨ੍ਹਾਂ 'ਚ ਸੰਗੀਤ ਵਜਾਉਣ ਵਾਲੀ ਚੀਜ਼ਾਂ ਨੇ। ਉਹਨੇ ਕਿੰਨੀਆਂ ਧੁਨੀਆਂ ਨਿਕਲਦੀਆਂ, ਕਿੰਨੇ ਹੀ ਵਾਜੇ ਨੇ, ਅਨੇਕਾਂ ਹੀ ਨੇ, ਕਹਿੰਦੇ ਅਸੰਖਾਂ ਨੇ, ਕੇਤੇ ਵਾਵਨ ਹਾਰੇ। ਅਤੇ ਉਹ ਵਜਾਉਣ ਵਾਲੇ ਵੀ ਕਿੰਨੇ ਨੇ। ਸਾਜ਼ਾਂ ਨੂੰ, ਸਾਜ਼ਾਂ ਦੇ ਵਿੱਚੋਂ ਨਿਕਲਦੀਆਂ ਧੁਨੀਆਂ ਵੀ ਕਈ ਪ੍ਰਕਾਰ ਦੀਆਂ ਨੇ, ਅਤੇ ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਵਾਵਨ ਹਾਰੇ, ਵਜਾਉਣ ਵਾਲੇ ਵੀ ਕੇਤੇ, ਪਤਾ ਹੀ ਨਹੀਂ ਕਿੰਨੇ ਨੇ। ਕੇਤੇ ਰਾਗ ਪਰੀ, ਇੱਕ ਪਰੀ ਇੱਕ ਰਾਗ ਹੁੰਦਾ, ਇੱਕ ਰਾਗਣੀ ਹੁੰਦਾ। ਗੁਰਬਾਣੀ ਦੇ ਵਿੱਚ ਉਹ ਤੇ 31 ਰਾਗ ਨੇ, ਪਰ ਜਿਹੜਾ ਅਖੀਰ 'ਤੇ ਰਾਗਾਂ ਦੀ ਲਿਸਟ ਛਪੀ ਹੋਈ ਨਾ ਰਾਗ ਮਾਲਾ ਦੇ ਵਿੱਚ, ਉਹ 'ਚ 6 ਵੱਡੇ ਰਾਗ ਗਿਣੇ ਗਏ ਨੇ। ਖਸ਼ਟ ਰਾਗ ਉਨ ਗਾਏ, ਖਸ਼ਟ ਮੈਨੇ 6, ਸੰਗ ਰਾਗਣੀ 30, ਅਤੇ ਰਾਗਣੀ ਹੁੰਦੇ ਰਾਗਾਂ ਦੀਆਂ ਪਤਨੀਆਂ, ਉਹ ਕਹਿੰਦੇ 30 ਨੇ। ਫਿਰ ਜਿਹੜੇ ਉਹਨਾਂ ਦੇ ਪੁੱਤਰ ਨੇ 18 ਹੈ, 10 20, 18 ਹੈ, 10 28 ਅਤੇ 20 48, 48 ਉਹਨਾਂ ਦੇ ਪੁੱਤਰ ਨੇ, ਪੁੱਤਰ ਨੇ। ਭਾਵ ਰਾਗ ਰਾਗਣੀਆਂ। ਕੇਤੇ ਰਾਗ ਪਰੀ ਸਿਉ ਕਹੀਨ, ਕਿੰਨੇ ਹੀ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ। ਇਹਨੂੰ ਪਰੀ ਨਹੀਂ ਪੜ੍ਹਨਾ। ਜੇ ਰਾਗ ਹੁੰਦਾ ਨਾ ਗੱਗੇ ਨੌਂਕੜ ਸ਼ਾਇਦ ਫਿਰ ਤਾਂ ਅਸੀਂ ਪਰੀ ਪੜ੍ਹ ਲੈਂਦੇ। ਰਾਗ ਗੱਗੇ ਨੌਂਕੜ ਦੀਆਂ ਬਹੁਵਚਨ, ਕਿਉਂਕਿ ਪਹਿਲਾਂ ਲੱਗੇ ਕੇਤੇ, ਕੇਤੇ ਸ਼ਬਦ ਹੀ ਬਹੁਵਚਨ, ਕਿਤਨੇ। ਹੁਣ ਕਿਤਨੀ ਹੈ ਤੇ ਅੱਗੇ ਰਾਗ ਇੱਕ ਵਚਨ ਨਹੀਂ ਹੋ ਸਕਦਾ, ਕਿਉਂਕਿ ਬਾਣੀ ਨੂੰ ਵਿਆਕਰਨ ਅਨੁਸਾਰ ਲਿਖਿਆ ਗਿਆ ਹੈ, ਬੜਾ ਹੀ ਧਿਆਨ ਰੱਖਿਆ ਗਿਆ। ਇੱਕ ਇੱਕ ਸ਼ਬਦ ਨੂੰ ਵਿਆਕਰਨ ਅਨੁਸਾਰ ਲਿਖਿਆ ਗਿਆ ਹੈ, ਤਾਂ ਜੋ ਅਰਥ ਠੀਕ ਨਿਕਲ ਸਕਣ। ਇਸ ਲਈ ਕਹਿੰਦੇ ਕੇਤੇ ਰਾਗ ਪਰੀ ਸਿਉ ਕਹੀਨ, ਕਿੰਨੇ ਹੀ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ। ਕੇਤੇ ਗਾਵਨ ਹਾਰੇ, ਤੇ ਕਿੰਨੇ ਹੀ ਉਹਨਾਂ ਨੂੰ ਗਾਉਣ ਵਾਲੇ ਹਨ। ਗਾਵੇਂ ਤੁਹਾਨੂੰ ਪਾਉਣ ਪਾਣੀ ਬਸੰਤ,
ਆਗਰ ਸਿੱਧਾ ਤੁਹਾਨੂੰ ਤੈਨੂੰ। ਹੈ ਪਰਮਾਤਮਾ ਤੈਨੂੰ ਪਾਉਣ ਹਵਾ, ਪਾਣੀ ਬਸੰਤਰ ਅੱਗ, ਇਹ ਵੀ ਤੈਨੂੰ ਗਾ ਰਹੇ ਨੇ। ਤੈਨੂੰ ਹਵਾ ਵੀ ਗਾ ਰਹੀ ਹੈ, ਤੈਨੂੰ ਪਾਣੀ ਵੀ ਗਾ ਰਿਹਾ ਹੈ, ਤੈਨੂੰ ਅੱਗ ਵੀ ਗਾ ਰਹੀ ਹੈ। ਬੰਦਾ ਬੜਾ ਹੈਰਾਨ ਹੁੰਦਾ ਵੀ ਇਹ ਵੀ ਗਾਉਂਦੇ ਨੇ। ਪੱਥਰ ਵੀ ਗਾ ਰਿਹਾ ਹੈ। ਸਵਾਮੀ ਰਾਮ ਜੀ ਜਿਹੜੇ ਸੰਤ ਵਰਿਆਮ ਸਿੰਘ ਰਤਵਾੜਾ ਸਾਹਿਬ ਦੇ ਮਿੱਤਰ ਸਨ, ਜਿਹੜੇ ਕਿ ਹਰਿਦੁਆਰ ਰਿਸ਼ੀਕੇਸ਼ ਦੇ ਰਹਿਣ ਵਾਲੇ ਸਨ, ਉਹਨਾਂ ਆਪਣੀ ਜੀਵਨੀ ਲਿਖੀ। ਉਹ 'ਚ ਲਿਖਦੇ ਨੇ ਵੀ ਮੈਂ ਇੱਕ ਦਿਨ ਆਪਣੇ ਵਿਹੜੇ ਜਿਹੜਾ ਲਾਉਣ ਸੀ ਹਵਾ ਘਾਹ ਵਾਲਾ ਖਿੱਤਾ, ਉਹਦੇ ਉੱਤੇ ਸਰਦੀਆਂ ਦਾ ਮੌਸਮ ਸੀ, ਧੁੱਪੇ ਲੇਟਿਆ ਹੋਇਆ ਸੀ ਇੱਕ ਪਾਸੇ ਹੋ ਕੇ। ਅਚਾਨਕ ਮੇਰੇ ਕੰਨਾਂ ਦੇ ਵਿੱਚ ਨਾ ਰਾਮ ਰਾਮ ਸੁਣਨ ਲੱਗ ਗਿਆ। ਮੈਂ ਹੈਰਾਨ ਵੀ ਘਾਹ ਦੇ ਵਿੱਚੋਂ ਆਵਾਜ਼ ਆ ਰਹੀ ਰਾਮ ਰਾਮ ਦੀ। ਮੈਂ ਪਾਸਾ ਪਲਟ ਕੇ ਦੂਜਾ ਕੰਨ ਜਦੋਂ ਘਾਹ ਨਾਲ ਉਹ 'ਚ ਆ ਕੇ ਰਾਮ ਰਾਮ ਰਾਮ, ਜਿਵੇਂ ਸਿੱਖ ਹੁੰਦਾ ਤੇ ਵਾਹਿਗੁਰੂ ਵਾਹਿਗੁਰੂ ਸੁਣਨਾ ਸੀ। ਉਹ ਹਿੰਦੂ ਜੈਂਟਲਮੈਨ ਨੂੰ ਕਹੇ ਰਾਮ ਰਾਮ ਸੁਣੇ, ਕਹਿੰਦੇ ਉੱਠ ਪਿਆ। ਮੈਂ ਦਰਖਤ ਦੇ ਨਾਲ ਕੰਨ ਲਾਇਆ, ਉਹ 'ਚ ਵੀ ਆ ਰਿਹਾ ਰਾਮ ਰਾਮ ਰਾਮ। ਮੈਂ ਕੰਧ ਦੇ ਨਾਲ ਕੰਨ ਲਾਇਆ, ਉਸ 'ਚ ਵੀ ਆਵਾਜ਼ ਆ ਰਹੀ ਹੈ ਰਾਮ ਰਾਮ ਰਾਮ। ਮੈਂ ਆਪਣਾ ਹੱਥ ਕੰਨ ਦੇ ਨਾਲ ਲਾਇਆ, ਹੱਥ 'ਚ ਆਵਾਜ਼ ਆ ਰਹੀ ਹੈ ਰਾਮ ਰਾਮ ਰਾਮ। ਮੈਂ ਆਪਣਾ ਕੰਨ ਉੜ ਕੇ ਆਪਣੇ ਗੋਡੇ ਨਾਲ ਲਾਇਆ, ਗੋਡੇ 'ਚ ਆਵਾਜ਼ ਹੈ ਰਾਮ ਰਾਮ ਰਾਮ। ਤਾਂ ਮੈਨੂੰ ਪਤਾ ਲੱਗ ਗਿਆ ਵੀ ਸੰਸਾਰ ਦੀ ਹਰ ਇੱਕ ਚੀਜ਼ ਹੀ ਪਰਮਾਤਮਾ ਦਾ ਨਾਮ ਜਪ ਰਹੀ ਹੈ। ਇਸ ਲਈ ਹਵਾ ਵੀ ਗਾਵੇਂ ਤੁਹਾਨੂੰ, ਹੈ ਪਰਮਾਤਮਾ ਹਵਾ ਵੀ ਤੁਹਾਨੂੰ ਗਾਉਂਦੀ ਹੈ, ਪਾਣੀ ਵੀ ਤੁਹਾਨੂੰ ਗਾਉਂਦਾ, ਅੱਗ ਵੀ ਤੁਹਾਨੂੰ ਗਾਉਂਦੀ ਹੈ। ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਧਰਮ ਰਾਜ ਹੈ ਨਾ, ਉਹ ਵੀ ਤੇਰੇ ਦਰ 'ਤੇ ਬੈਠਾ ਤੇਰੇ ਗੁਣ ਗਾ ਰਿਹਾ ਹੈ। ਕਈ ਵਾਰੀ ਧਰਮ ਰਾਜ ਨੂੰ ਕਵਿਤਾ ਜੁੜਨੇ ਰਾਜਾ ਧਰਮ ਲਿਖਦਾ ਹੈ, ਸ਼ਬਦ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੇ ਨੇ। ਅਰਥ ਹੈ ਧਰਮ ਰਾਜ। ਧਰਮ ਰਾਜ ਵੀ ਤੇਰੇ ਦਰ 'ਤੇ ਖਲੋ ਕੇ ਤੇਰਾ ਨਾਮ ਜਪ ਰਿਹਾ, ਤੇਰੇ ਗੁਣ ਗਾ ਰਿਹਾ। ਗਾਵੇਂ ਚਿੱਤ ਗੁਪਤ ਲਿਖ ਜਾਣੇ। ਚਿੱਤ ਚਿੱਤਰ ਕਹਿੰਦੇ ਵੀ ਦੋ ਚਿੱਤਰ ਗੁਪਤ ਨੇ। ਚਿੱਤਰ ਤਾਂ ਉਹ ਸਾਡੇ ਕਰਮ ਲਿਖਦਾ ਜਿਹੜੇ ਅਸੀਂ ਲੋਕਾਂ ਦੇ ਸਾਹਮਣੇ ਕਰਦੇ ਹਾਂ, ਚੰਗੇ ਜਾਂ ਮੰਦੇ। ਗੁਪਤ ਜਿਹੜਾ ਹੈ ਉਹ ਸਾਡੇ ਉਹ ਕਰਮ ਲਿਖਦਾ ਜਿਹੜੇ ਅਸੀਂ ਲੋਕਾਂ ਤੋਂ ਛੁਪਾ ਕੇ ਕਰਦੇ ਹਾਂ। ਸਾਡੇ ਦੋਨੋਂ ਕਰਮ ਲਿਖੇ ਜਾ ਰਹੇ ਨੇ, ਜਿਹੜੇ ਅਸੀਂ ਲੋਕਾਂ ਦੇ ਸਾਹਮਣੇ ਚੰਗੇ ਮੰਦੇ ਕਰਦੇ ਹਾਂ ਅਤੇ ਉਹ ਵੀ ਜਿਹੜੇ ਲੋਕਾਂ ਤੋਂ ਛੁਪਾ ਕੇ ਕਰਦੇ ਹਾਂ, ਉਹ ਚਿੱਤਰ ਗੁਪਤ ਨੇ। ਗਾਵੇਂ ਚਿੱਤ ਗੁਪਤ ਲਿਖ ਜਾਣਾ। ਉਹ ਚਿੱਤਰ ਗੁਪਤ ਜਿਹੜੇ ਸਾਡੇ ਕਰਮਾਂ ਨੂੰ ਲਿਖਣਾ ਜਾਣਦੇ ਨੇ, ਉਹ ਵੀ ਤੇਰੇ ਗੁਣਗਾਰ ਨੇ। ਲਿਖ ਲਿਖ ਧਰਮ ਵਿਚਾਰੇ, ਉਹਨਾਂ ਦੇ ਲਿਖੇ ਉਹਨੂੰ ਫਿਰ ਧਰਮਰਾਜ ਵਿਚਾਰ ਕਰਦਾ ਵੀ ਜੋ ਇਹਨਾਂ ਨੇ ਕਰਮ ਲਿਖੇ ਨੇ, ਫਿਰ ਉਹਨਾਂ 'ਤੇ ਵਿਚਾਰ ਕਰਦਾ, ਫੈਸਲਾ ਦਿੰਦਾ ਹੈ ਉਹਨਾਂ 'ਤੇ। ਗਾਵੇਂ ਈਸ਼ਰ ਬ੍ਰਹਮਾ ਦੇਵੀ ਵੀ, ਵਾਵੇ ਨੂੰ ਬਿਹਾਰੀ ਬਿੰਦੀ ਰੱਖ ਕੇ ਪੜ੍ਹਨਾ ਦੇਵੀਆਂ। ਈਸ਼ਰ ਸ਼ਿਵ ਜੀ, ਬ੍ਰਹਮਾ ਦੇਵੀ ਅਤੇ ਦੇਵਤੀਆਂ ਅਤੇ ਦੇਵੀਆਂ। ਸੋਹਣ ਸਦਾ ਸਵਾਰੇ, ਜੋ ਤੇਰੇ ਸਵਾਰੇ ਹੋਏ ਹਨ ਅਤੇ ਜਿਹੜੇ ਸੋਹਣੇ ਲੱਗਦੇ ਹਨ, ਉਹ ਵੀ ਤੇਰੇ ਗੁਣ ਗਾ ਰਹੇ ਹਨ। ਸ਼ਿਵ ਜੀ ਵੀ ਤੇਰੇ ਗੁਣ ਗਾ ਰਿਹਾ, ਬ੍ਰਹਮਾ ਵੀ ਤੇਰੇ ਗੁਣ ਗਾ ਰਿਹਾ, ਦੇਵੀਆਂ ਵੀ ਤੇਰੇ ਗੁਣ ਗਾ ਰਹੀਆਂ ਹਨ, ਕਿਉਂਕਿ ਤੂੰ ਉਹਨਾਂ ਦੇ ਜੀਵਨ ਨੂੰ ਸਵਾਰਿਆ ਹੋਇਆ ਹੈ। ਉਹ ਤੇਰੇ ਦਰ 'ਤੇ ਸੋਹਣੇ ਲੱਗਦੇ ਨੇ, ਉਹ ਵੀ ਤੇਰੇ ਗੁਣ ਗਾ ਰਹੇ ਹਨ। ਗਾਵੇਂ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਇੰਦਰ ਆ ਜਾਏ, ਇੰਦਾਸਨ, ਇਹਨੂੰ ਇੰਦਾਸਨ ਪੜ੍ਹਨਾ, ਈੜੀ 'ਤੇ ਟਿੱਪੀ ਲਾ ਕੇ ਇਦਾਸਨ ਨਹੀਂ ਪੜ੍ਹ ਦੇਣਾ। ਇੰਦਾਸਨ ਹੁੰਦਾ ਇੰਦਰ ਆਸਨ, ਇੰਦਰ ਦਾ ਆਸਨ। ਭਾਵ ਜਿਹੜੇ ਇੰਦਰ ਵਰਗੇ ਰਾਜੇ ਨੇ, ਉਹ ਵੀ ਆਪਣੇ ਆਸਨਾਂ 'ਤੇ ਬੈਠ ਕੇ ਦੇਵਤਿਆਂ ਦੇ ਨਾਲ ਰਲ ਕੇ ਤੇਰੇ ਗੁਣ ਗਾਉਂਦੇ ਨੇ, ਕਿਉਂ ਇੰਦਰ ਨੂੰ ਦੇਵਤਿਆਂ ਦਾ ਰਾਜਾ ਗਿਣਿਆ ਗਿਆ ਨਾ। ਸੋ ਇੰਦਰ ਹੋਰ ਦੇਵਤਿਆਂ ਦੇ ਨਾਲ ਰਲ ਕੇ ਆਪਣੇ ਆਸਨਾਂ 'ਤੇ ਬੈਠੇ ਹੋਏ, ਹੇ ਪਰਮਾਤਮਾ ਤੇਰੇ ਗੁਣ ਗਾ ਰਹੇ ਹਨ।
ਗਾਵੈਂ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰ। ਜਿਹੜੇ ਸਿੱਧ ਪੁਰਸ਼ ਨੇ ਉਹ ਸਮਾਧੀ ਲਾ ਕੇ ਤੇਰੇ ਗੁਣ ਗਾ ਰਹੇ ਹਨ। ਜਿਵੇਂ ਆਪਾਂ ਅੱਖਾਂ ਬੰਦ ਕਰ ਲਈ ਬੈਠੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ। ਜਿਹੜੇ ਸਿੱਧ ਪੁਰਸ਼ ਨੇ ਜਿਨ੍ਹਾਂ ਦੀ ਸਮਾਧੀ ਲੱਗੀ ਹੋਈ ਹੈ ਉਹ ਵੀ ਤੇਰੇ ਗੁਣ ਗਾ ਰਹੇ। ਗਾਵਣ ਸਾਧ ਵਿਚਾਰੇ। ਅਤੇ ਜਿਹੜੇ ਵਿਚਾਰਵਾਨ, ਵਿਚਾਰੇ ਇੱਥੇ ਉਂਝ ਨਹੀਂ ਸਮਝਦਾ ਵਿਚਾਰੇ ਤਾਂ ਵਿਚਾਰਾ ਬੰਦਾ ਜੀ, ਨਹੀਂ, ਜਿਹੜੇ ਵਿਚਾਰਵਾਨ ਸਾਧੂ ਨੇ, ਸਿਆਣੇ ਸਾਧ ਨੇ, ਉਹ ਵੀ ਤੇਰੇ ਗੁਣ ਗਾ ਰਹੇ ਹਨ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਜਿਹੜੇ ਜਤੀ ਨੇ, ਉੱਚੇ ਆਚਰਨ ਵਾਲੇ ਨੇ, ਸਤੀ ਨੇ, ਜਿਹੜੇ ਸੱਤਿਆਵਾਦੀ ਨੇ, ਜਿਹੜੇ ਸੰਤੋਖੀ ਨੇ, ਵੀਰ ਬਹਾਦਰ, ਕਰਾਰੇ ਬਹੁਤ ਜ਼ਿਆਦਾ, ਜਿਹੜੇ ਬੜੇ ਵੱਡੇ ਸੂਰਮੇ ਹਨ, ਉਹ ਵੀ ਸਾਰੇ ਤੈਨੂੰ ਗਾ ਰਹੇ ਹਨ। ਵੀ ਇੱਕ ਅੱਧਾ ਨਹੀਂ ਕੋਈ ਗਾ ਰਿਹਾ, ਪਤਾ ਹੀ ਨਹੀਂ ਕਿੰਨੇ ਕੁ ਤੇਰੇ ਗੁਣ ਗਾ ਰਹੇ ਹਨ। ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲ। ਹਰ ਯੁੱਗ ਦੇ ਜਿਹੜੇ ਵੇਦ ਲਿਖੇ ਗਏ ਨੇ, ਉਹਨਾਂ ਨੇ ਪੰਡਿਤ ਨੇ, ਉਹ ਵੇਦਾਂ ਨੂੰ ਪੜ੍ਹਦੇ ਨੇ। ਰਖੀਸਰ ਹੁੰਦਾ ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਪੰਡਿਤ, ਜਿਹੜੇ ਵੇਦ, ਹਰ ਯੁੱਗ 'ਚ ਵੇਦ ਲਿਖੇ ਗਏ, ਉਹਨਾਂ ਰਾਹੀਂ ਤੇਰੇ ਗੁਣ ਗਾਉਂਦੇ ਹਨ। ਇਹਨਾਂ ਧਾਰਮ ਪੁਸਤਕਾਂ ਦੇ ਪਰਮਾਤਮਾ ਦੇ ਗੁਣ ਹੀ ਹੁੰਦੇ, ਉਹ ਗੁਣ ਗਾਉਂਦੇ ਨੇ। ਕਿਉਂਕਿ ਪੌੜੀ ਕਾਫੀ ਲੰਮੀ ਹੈ, ਉਧਰ ਸਮਾਂ ਹੋ ਗਿਆ, ਬਾਕੀ ਫਿਰ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਇੱਥੋਂ ਤੱਕ ਆ ਪੜ੍ਹਿਆ, ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲ। ਹਰ ਯੁੱਗ ਦੇ ਵਿੱਚ ਵੇਦਾਂ ਨੂੰ ਜਿਹੜੇ ਪੰਡਿਤ ਨੇ, ਵੱਡੇ ਵੱਡੇ ਰਿਸ਼ੀ ਮੁਨੀ ਹਨ, ਉਹ ਵੇਦ ਪੜ੍ਹ ਕੇ ਤੇਰੇ ਗੁਣ ਗਾਉਂਦੇ ਨੇ। ਰਿਸ਼ੀ ਮੁਨੀ ਤੇਰਾ ਨਾਮ ਜਪ ਜਪ ਕੇ ਤੇਰੇ ਗੁਣ ਗਾਉਂਦੇ ਹਨ। ਸਤਿਕਾਰਯੋਗ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।